ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਆਪਾਂ ਹਰ ਵਾਰ ਜਿੱਥੇ ਅਪਡੇਟਸ ਦੀ ਗੱਲ ਕਰਦੇ ਹਾਂ ਤੇ ਇੱਕ ਹੋਰ ਬਹੁਤ ਵੱਡਾ ਸਵਾਲ ਅਕਸਰ ਸਟੂਡੈਂਟਸ ਦਾ ਤੇ ਉਹਨਾਂ ਦਾ ਪੇਰੈਂਟਸ ਦਾ ਰਹਿੰਦਾ ਕਿ ਅਸੀਂ ਅਪਲਾਈ ਤਾਂ ਕਰਨਾ ਚਾਹੁੰਦੇ ਹਾਂ ਜੀ ਕੈਨੇਡਾ ਦਾ, ਲੇਕਿਨ ਸਾਨੂੰ ਅਸੀਂ ਬਜਟਿੰਗ ਕਿਵੇਂ ਕਰੀਏ, ਫੀਸ ਕਿੰਨੀ ਹੋਏਗੀ, ਲਿਵਿੰਗ ਐਕਸਪੈਂਸਿਸ ਕਿੰਨੇ ਹੋਣਗੇ, ਅਸੀਂ ਕਿਵੇਂ ਆਪਣੇ ਆਪ ਨੂੰ ਮੈਂਟਲੀ ਪੂਰਾ ਪ੍ਰਿਪੇਅਰ ਕਰੀਏ ਕਿ ਕਿੰਨਾ ਕੁ ਖਰਚਾ ਹੋਏਗਾ। ਸੋ ਅੱਜ ਇਹ ਪੂਰੀ ਕਲੈਰਿਟੀ ਤੁਹਾਨੂੰ ਇਸ ਸ਼ੋਅ ਦੇ ਜ਼ਰੀਏ ਮਿਲਣ ਜਾ ਰਹੀ ਹੈ, ਇਸ ਲਈ ਪੂਰਾ ਸ਼ੋਅ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ ਹੈ। ਤੇ ਅੱਜ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਮਿਸਟਰ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸੋ ਇਹ ਜੋ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ, ਇੱਕ ਬਹੁਤ ਵੱਡਾ ਸਵਾਲ ਤੁਹਾਡੇ ਕੋਲ ਵੀ ਅਕਸਰ ਸਟੂਡੈਂਟਸ ਜਾਂ ਪੇਰੈਂਟਸ ਆਉਂਦੇ ਨੇ, ਇਹ ਸਵਾਲ ਸਭ ਤੋਂ ਪਹਿਲਾਂ ਹੁੰਦਾ ਹੀ ਹੋਏਗਾ। ਸੋ ਮੈਂ ਤੁਹਾਡੇ ਤੋਂ ਜ਼ਰੂਰ ਇਸੇ ਚੀਜ਼ ਉੱਪਰ ਕਲੈਰਿਟੀ ਲੈਣਾ ਚਾਹੂੰਗੀ ਕਿ ਜਦੋਂ ਸਟੂਡੈਂਟਸ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕਿਸ ਹਿਸਾਬ ਨਾਲ ਪੇਰੈਂਟਸ ਮਾਈਂਡ ਬਣਾਉਣ, ਕਿੰਨਾ ਖਰਚਾ ਹੋਣਾ ਹੈ, ਕਿਵੇਂ ਚੀਜ਼ਾਂ ਪ੍ਰੋਸੈਸ ਬਾਈ ਪ੍ਰੋਸੈਸ ਚੱਲਦੀਆਂ ਨੇ। ਸੋ ਸਟੂਡੈਂਟਸ ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਕੈਨੇਡਾ ਦਾ ਹੀ ਗੱਲ ਕਰ ਲੈਂਦੇ ਹਾਂ ਕਿ ਕਿੱਦਾਂ ਫੀਸ ਜਾਂਦੀ ਹੈ, ਕਿੰਨੀ ਫੀਸ ਜਾਂਦੀ ਹੈ, GIC ਕਿੰਨਾ ਖੁੱਲ੍ਹਦਾ ਹੈਗਾ। ਸੋ ਸਟੂਡੈਂਟ ਫਸਟ ਚੀਜ਼ ਤਾਂ ਮੈਂ ਗੱਲ ਕਰਾਂਗਾ ਕਿ ਕੈਨੇਡਾ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਤੁਹਾਡੀ ਆਫਰ ਲੈਟਰ। ਸੋ ਕਾਫੀ ਸਾਰੇ ਕਾਲਜਿਸ ਦੀ ਹੈਗੀ ਆਫਰ ਲੈਟਰ ਫ੍ਰੀ, ਜਿਵੇਂ ਕਿ ਲੈਂਪਟਨ ਕਾਲਜ ਦੀ ਐਪਲੀਕੇਸ਼ਨ ਫੀਸ ਨਹੀਂ ਹੈਗੀ, ਜਿਹਨੂੰ ਅਸੀਂ ਐਪਲੀਕੇਸ਼ਨ ਫੀਸ ਕਹਿੰਦੇ ਹਾਂ। ਯੂਨੀਵਰਸਿਟੀ ਕੈਨੇਡਾ ਵੈਸਟ ਦੀ ਐਪਲੀਕੇਸ਼ਨ ਫੀਸ ਨਹੀਂ ਹੈਗੀ। ਫੈਨਸ਼ਾ ਕਾਲਜ ਦੀ ਐਪਲੀਕੇਸ਼ਨ ਫੀਸ ਨਹੀਂ ਹੈਗੀ। ਅਲਗੋਂਕਿੰਗ ਕਾਲਜ 'ਚ ਜੇ ਤੁਹਾਡੀ 80% ਤੋਂ ਉੱਤੇ ਹੈਗੇ ਨੰਬਰ ਤਾਂ ਐਪਲੀਕੇਸ਼ਨ ਫੀ ਵੇਵਰ ਮਿਲ ਸਕਦਾ। ਸੋ ਸਟੂਡੈਂਟ ਐਪਲੀਕੇਸ਼ਨ ਫੀਸ ਦੀ ਜਿਹੜੀ ਕਾਸਟ ਹੈ ਉਹ $100 ਤੋਂ ਲੈ ਕੇ $200 ਦੇ ਵਿੱਚ ਰਹਿੰਦੀ ਹੈ। ਸੋ ਕਿਸੇ ਕਾਲਜ ਦੀ 100 ਹੈ, ਕਿਸੇ ਦੀ 125 ਹੈ, ਕਿਸੇ ਦੀ 150 ਹੈ। ਜਿਵੇਂ ਸੇਂਟ ਕਲੀਅਰ ਕਾਲਜ ਦੀ $125 ਹੈ ਔਰ ਅਲਗੋਮਾ ਯੂਨੀਵਰਸਿਟੀ ਦੀ $125 ਹੈ। ਅਸੀਂ ਗੱਲ ਕਰੀਏ ਤਾਂ ਨਾਰਥਵੈਸਟ ਕਾਲਜ ਦੀ $150 ਹੈ। ਸੋ ਹਰ ਕਾਲਜ ਦੀ ਹਰ ਆਪਣੀ ਐਪਲੀਕੇਸ਼ਨ ਫੀਸ ਹੁੰਦੀ ਹੈ। ਕਿਸੇ ਦੀ 90 ਹੈ, ਕਿਸੇ ਦੀ 95 ਹੈ, ਕਿਸੇ ਦੀ 100 ਹੈ। ਸੋ ਜੋ ਵੀ ਐਪਲੀਕੇਸ਼ਨ ਫੀਸ ਹੈ ਤੁਸੀਂ ਆਪਣੇ ਕਾਰਡ ਤੋਂ ਪੇ ਕਰ ਸਕਦੇ ਹੋ। ਤੁਹਾਡੇ ਕੋਲ ਇੱਕ ਕਾਰਡ ਹੋਣਾ ਚਾਹੀਦਾ ਜਿੱਥੇ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਔਨ ਹੋਣੀਆਂ ਚਾਹੀਦੀਆਂ। ਕਿਸੇ ਕੰਸਲਟੈਂਟ ਨੂੰ ਤੁਸੀਂ ਕਹੋ ਕਿ ਮੈਂ ਅਪਲਾਈ ਕਰਨਾ ਕੈਨੇਡਾ ਦਾ ਸਟੱਡੀ ਵੀਜ਼ਾ, ਤਾਂ ਐਪਲੀਕੇਸ਼ਨ ਫੀਸ ਮੇਰੇ ਕਾਰਡ ਤੋਂ ਲੱਗਣੀ ਚਾਹੀਦੀ ਹੈ। ਸੋ ਸਾਡੀ ਫੀਸ ਕੋਈ ਨਹੀਂ ਹੈਗੀ, ਕੋਈ ਪ੍ਰੋਸੈਸਿੰਗ ਫੀਸ ਨਹੀਂ। ਤੁਸੀਂ ਆਪਣਾ ਕਾਰਡ ਦਿਓ, ਅਸੀਂ ਤੁਹਾਡੇ ਕਾਰਡ ਤੋਂ ਐਪਲੀਕੇਸ਼ਨ ਅਪਲਾਈ ਕਰ ਦਾਂਗੇ। ਤੁਹਾਨੂੰ ਕਨਫਰਮੇਸ਼ਨ ਆ ਜਾਏਗੀ ਕਿ ਤੁਹਾਡੇ ਕਾਰਡ 'ਤੇ ਇੰਨੇ ਪੈਸੇ ਲੱਗ ਗਏ ਔਰ ਈਮੇਲ 'ਤੇ ਕਾਲਜ ਵੱਲੋਂ ਵੀ ਈਮੇਲ ਆ ਜਾਏਗੀ ਕਿ ਯੂ ਹੈਵ ਅਪਲਾਈਡ, ਥੈਂਕ ਯੂ ਫॉर ਅਪਲਾਈਂਗ ਇਨ ਕੋਨਸਟੋਗਾ ਕਾਲਜ ਐਂਡ ਯੋਰ ਐਪਲੀਕੇਸ਼ਨ ਇਜ਼ ਅੰਡਰ ਪ੍ਰੋਸੈਸ। ਹੁਣ ਕੀ ਹੁੰਦਾ ਹੈ ਹਰਜੋਤ, ਇੱਕ ਬਹੁਤ ਵੱਡਾ ਮੁੱਦਾ ਹੈ ਕਿ ਜਿਵੇਂ ਉਹਨੇ ਦੇਖਿਆ ਕਿ ਫਰੋਡ, ਮਤਲਬ ਸਭ ਤੋਂ ਵੱਡਾ ਮੁੱਦਾ ਤਾਂ ਹੈਗਾ ਫਰੋਡ। ਫਰੋਡ ਕਿੱਦਾਂ ਹੁੰਦਾ ਹੈ? ਬੱਚੇ ਦਾ ਈਮੇਲ ID ਹੀ ਨਹੀਂ ਪਾਇਆ ਜਾਂਦਾ। ਜਦੋਂ ਉੱਥੇ ਈਮੇਲ ID ਇੱਕ ਨਵਾਂ ਕ੍ਰੀਏਟ ਕਰ ਲਿੱਤਾ ਜਾਂਦਾ ਔਰ ਈਮੇਲ ID ਬੱਚੇ ਦਾ ਪਾਇਆ ਨਹੀਂ ਜਾਂਦਾ। ਸੋ ਇਹ ਸਰਾਸਰ ਫਰੋਡ ਹੈ। ਸੋ ਤੁਹਾਡਾ ਈਮੇਲ ID ਜੇ ਕਾਲਜ 'ਚ ਨਹੀਂ ਗਿਆ ਤਾਂ ਤੁਹਾਨੂੰ ਜਿਹੜੀਆਂ ਈਮੇਲਰਸ ਆਉਣੀਆਂ ਕਿ ਤੁਸੀਂ ਆਪਣੇ ਪੜ੍ਹਾਈ ਲਈ ਰਜਿਸਟਰ ਕਰ ਲਓ, ਇਹ ਤੁਹਾਡੀ ਟਿਊਸ਼ਨ ਫੀਸ ਹੈਗੀ ਹੈ, ਇਹ ਤੁਹਾਡੀ ਆਫ LOAs ਹੈਗੀ ਹੈ, ਇਹ ਸਾਰਾ ਕੁਝ ਹੈਗਾ। ਸੋ ਇਹ ਬਹੁਤ ਫਰੋਡ ਪਹਿਲੇ ਸਟੈਪ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡਾ ਈਮੇਲ ID ਕਾਲਜ ਦੀ ਵੈਬਸਾਈਟ 'ਤੇ ਨਹੀਂ ਪਾਇਆ ਜਾਂਦਾ। ਸੋ ਇੱਕ ਸਾਈਟ ਹੈਗੀ ਹੈ, OCAS ਸਿਸਟਮ ਹੁੰਦਾ, ਉਹਦੇ 'ਤੇ ਤੁਹਾਡੀ ਐਪਲੀਕੇਸ਼ਨ ਅਪਲਾਈ ਹੁੰਦੀ ਹੈ। ਹਰ ਸਾਈਟ ਦਾ, ਹਰ ਕਾਲਜ ਦਾ ਆਪਣਾ ਇੱਕ ਆਨਲਾਈਨ ਸਿਸਟਮ ਹੈ ਆਫਰ ਲੈਟਰ ਅਪਲਾਈ ਕਰਨ ਦਾ। ਸੋ ਪਹਿਲਾ ਖਰਚਾ ਤਾਂ ਹੁੰਦਾ ਬੜਾ ਛੋਟਾ ਜਿਹਾ, 6 ਤੋਂ 8,000 ਰੁਪਏ ਦਾ, 6 ਤੋਂ 9,000 ਰੁਪਏ ਦਾ ਜਿਹੜੀ ਐਪਲੀਕੇਸ਼ਨ ਫੀਸ ਹੋ ਗਈ। ਔਰ ਉਸ ਤੋਂ ਬਾਅਦ ਜਿਹੜਾ ਖਰਚਾ ਆ ਜਾਂਦਾ, ਤੁਹਾਡੀ ਆਫਰ ਲੈਟਰ ਆ ਗਈ। ਆਫਰ ਲੈਟਰ ਆਉਣ ਤੋਂ ਬਾਅਦ ਆਫਰ ਲੈਟਰ 'ਤੇ ਲਿਖਿਆ ਹੁੰਦਾ ਕਿ $16,435 ਜਮ੍ਹਾਂ ਕਰਾਓ ਬਾਏ ਸੋ ਐਂਡ ਸੋ ਡੇਟ। ਮਤਲਬ ਤੁਹਾਨੂੰ ਜਾਂ ਤਾਂ ਕੋਈ ਕਾਲਜ 2 ਹਫ਼ਤੇ ਦਾ ਟਾਈਮ ਦੇਗਾ, ਕੋਈ ਕਾਲਜ 3 ਹਫ਼ਤੇ ਦਾ ਟਾਈਮ ਦੇਗਾ, ਕੋਈ ਕਾਲਜ 4 ਹਫ਼ਤੇ ਦਾ ਟਾਈਮ ਦੇਗਾ। ਸੋ ਜੇ ਤੁਸੀਂ ਉਸ ਡੇਟ ਨੂੰ ਆਪਣੀ ਟਿਊਸ਼ਨ ਫੀਸ ਜਮ੍ਹਾਂ ਨਹੀਂ ਕਰਾਉਂਦੇ ਹੋ ਤਾਂ ਤੁਹਾਡੀ ਆਫਰ ਲੈਟਰ ਹੋ ਜਾਂਦੀ ਹੈ ਐਕਸਪਾਇਰ। ਔਰ ਆਫਰ ਲੈਟਰ ਜੇ ਐਕਸਪਾਇਰ ਹੋ ਗਈ ਤਾਂ ਤੁਹਾਨੂੰ ਨਵੀਂ ਆਫਰ ਲੈਟਰ ਅਪਲਾਈ ਕਰਨੀ ਪਏਗੀ। ਸੋ ਸਟੂਡੈਂਟ ਜੋ ਵੀ ਉੱਥੇ ਲਿਖੇ ਹੋਏ ਆ ਯੂ ਮਸਟ ਐਡ $30 ਟੂ ਇਟ, ਜੋ ਵੀ ਉੱਥੇ ਲਿਖੇ ਹੋਏ ਆ, ਬਿਕੋਜ਼ $30 ਟ੍ਰਾਂਜੈਕਸ਼ਨ ਫੀਸ ਵੀ ਲੱਗ ਸਕਦੀ ਹੈ। ਸੋ ਜੋ ਉੱਥੇ ਪੈਸੇ ਲਿਖੇ ਹੋਏ ਆ 16,435, ਯਾਨੀ ਉਹ 'ਚ $30 ਐਡ ਕਰੋ, 16,465। ਤੁਸੀਂ $30 ਐਡ ਕਰਕੇ ਆਪਣੀ ਟਿਊਸ਼ਨ ਫੀਸ ਜਮ੍ਹਾਂ ਕਰਾਓ। ਅੱਜ ਕੱਲ੍ਹ ਨੋਰਮਲੀ TCS ਜਿਹਨੂੰ ਕਹਿੰਦੇ ਟੈਕਸ ਕਲੈਕਟਡ ਐਟ ਸੋਰਸ, ਸੋ ਜੋ ਟੈਕਸ ਲੱਗਦਾ 7 ਲੱਖ ਤੋਂ ਉੱਤੇ, ਜੇ ਇੱਕ ਬੰਦਾ ਪੈਸੇ ਬਾਹਰ ਭੇਜਦਾ ਤੁਹਾਨੂੰ 7 ਲੱਖ ਤੋਂ ਉੱਤੇ 5% ਟੈਕਸ ਲੱਗਦਾ। ਸਪੋਜ਼ ਤੁਹਾਡੀ ਫੀਸ 11 ਲੱਖ ਹੈ ਟੋਟਲ ਬਣੀ, ਤਾਂ 4 ਲੱਖ ਰੁਪਈਏ ਤੇ 20,000 ਰੁਪਈਆ ਤੁਹਾਨੂੰ TCS ਦੇਣਾ ਪਏਗਾ। ਸੋ TCS ਤੁਸੀਂ ਦਿਓਗੇ, ਬਟ ਉਹ TCS ਜਦੋਂ ਤੁਸੀਂ ਇਨਕਮ ਟੈਕਸ ਰਿਟਰਨ ਭਰਦੇ ਹੋ ਤਾਂ ਤੁਹਾਨੂੰ ਵਾਪਸ ਮਿਲ ਜਾਂਦਾ। ਸੋ ਜੇ ਤੁਹਾਡੀ ਇਨਕਮ ਟੈਕਸ ਇੰਨੀ ਨਹੀਂ ਹੈਗੀ ਹੈ ਤਾਂ ਉਹ TCS ਤੁਹਾਨੂੰ ਵਾਪਸ ਮਿਲ ਜਾਂਦਾ। ਸੋ ਸਟੂਡੈਂਟਸ 11 ਲੱਖ ਰੁਪਈਆ ਉਹ ਹੋ ਗਿਆ, 20,000 ਰੁਪਈਆ TCS ਹੋ ਗਿਆ, 1,000-1,500 ਰੁਪਇਆ ਤੁਹਾਡੇ TT ਚਾਰजेस ਹੋ ਗਏ। ਸੋ ਦੈਟ ਇਜ਼ ਹਾਊ ਯੂ ਸੈਂਡ ਯੋਰ ਮਨੀ ਅਬਰੋਡ। ਸੋ ਜਦੋਂ ਤੁਸੀਂ ਉਹ ਪੈਸਾ ਭੇਜ ਦਿੰਦੇ ਹੋ ਬਾਹਰ, ਤੁਹਾਨੂੰ ਇੱਕ ਫੀ ਰਿਸੀਟ ਆ ਜਾਂਦੀ ਹੈ ਕਾਲਜ ਵੱਲੋਂ ਕਿ ਦਿਸ ਇਜ਼ ਯੋਰ ਫੀ ਰਿਸੀਟ। ਐਂਡ ਕੁਛ ਕਾਲਜਿਸ LOA
ਨਹੀਂ ਇਸ਼ੂ ਕਰਦੇ, ਜਿਹਨੂੰ ਅਸੀਂ ਕਹਿੰਦੇ ਹਾਂ ਲੈਟਰ ਆਫ ਐਕਸੈਪਟੈਂਸ। ਆਫਰ ਲੈਟਰ ਦੇ ਨਾਲ ਹੀ ਫੀ ਰਿਸੀਟ ਲਗਾ ਕੇ ਤੁਸੀਂ ਪ੍ਰੋਸੀਡ ਕਰ ਸਕਦੇ ਹੋ। ਔਰ ਕਾਫੀ ਸਾਰੇ ਕਾਲਜਸ LOAs ਵੀ ਦਿੰਦੇ ਆ ਜਿੱਤੇ ਲਿਖਿਆ ਹੁੰਦਾ ਕਿ ਦਿਸ ਇਜ਼ ਯੋਰ ਲੈਟਰ ਆਫ ਐਕਸੈਪਟੈਂਸ ਐਂਡ ਯੋਰ ਫੀਸ ਇਜ਼ ਪ੍ਰੀਪੇਡ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਸਾਲ ਦੀ ਫੀਸ ਜਮ੍ਹਾਂ ਕਰਾਉਣੀ ਹੈ ਜਦੋਂ ਅਸੀਂ SDS 'ਚ ਗਏ। ਸੋ ਜਿਹੜੀ ਫੀਸ ਹੈ ਉਹ 7 ਲੱਖ ਤੋਂ ਲੈ ਕੇ 15 ਲੱਖ ਤੱਕ ਕਾਲਜਸ ਦੀ ਹੈਗੀ ਹੈ ਐਂਡ 20-25 ਲੱਖ ਯੂਨੀਵਰਸਿਟੀ ਦੀ ਵੀ ਹੋ ਸਕਦੀ ਹੈ। ਸੋ ਕੁਝ ਅਫੋਰਡੇਬਲ ਯੂਨੀਵਰਸਿਟੀਜ਼ ਵੀ ਹੈਗੀਆਂ। ਸੋ ਜਿਹੜਾ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰਦੇ ਹੋ ਉਨੀ ਟਿਊਸ਼ਨ ਫੀਸ ਤੁਹਾਨੂੰ ਦੇਣੀ ਪਏਗੀ। ਸੈਕਿੰਡ ਖਰਚਾ ਕੀ ਹੈ? ਦੈਟ ਇਜ਼ GIC, ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ। ਸੋ GIC ਦੀ ਫੁੱਲ ਫਾਰਮ ਹੁੰਦੀ ਹੈ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ। ਸੋ GIC ਕੀ ਹੈ? ਤੁਹਾਡੀ ਇੱਕ ਲਿਵਿੰਗ ਕਾਸਟ, ਮਤਲਬ ਕਿ ਤੁਸੀਂ ਕੈਨੇਡਾ ਜਾ ਰਹੇ ਹੋ, ਸੋ ਤੁਹਾਡੀ ਲਿਵਿੰਗ ਕਾਸਟ, ਤੁਹਾਡੇ ਰਹਿਣ ਖਾਣ ਦਾ ਖਰਚਾ ਕਿੰਨਾ ਹੈ। ਸੋ ਅਕੋਰਡਿੰਗ ਟੂ ਕੈਨੇਡੀਅਨ ਲਾਈਫ ਸਟਾਈਲ ਉਹਨਾਂ ਨੂੰ ਲੱਗਦਾ ਕਿ ਤੁਹਾਨੂੰ $10,000 ਸਾਲਾਨਾ ਚਾਹੀਦੇ ਹੋਣਗੇ ਉੱਥੇ ਰਹਿਣ ਖਾਣ ਲਈ। ਐਂਡ ਸਟੂਡੈਂਟਸ ਜਿਹੜੇ ਸਫੀਸ਼ੀਐਂਟਲੀ ਉੱਥੇ ਵਧੀਆ ਤਰੀਕੇ ਰਹਿਣਾ ਚਾਹੁੰਦੇ ਆ they must use their GIC in the first year, because first year ਦੀ ਕਮਾਈ ਦੇ ਨਾਲ you can pay your next year tuition fees and ਅਗਲੇ ਸਾਲ ਦੀ ਕਮਾਈ ਦੇ ਨਾਲ you can survive on your own। ਸੋ $10,200 ਉੱਚ ਜਮ੍ਹਾਂ ਹੁੰਦੇ ਆ ਜਿਹੜਾ ਕਿ 6.5 ਲੱਖ 6.5 ਲੱਖ ਰੁਪਈਆ ਬਣ ਜਾਂਦਾ। ਸੋ ਸਟੂਡੈਂਟਸ ਜਦੋਂ ਆਪਾਂ ਕੀ ਕਹਿੰਦੇ ਆ ਇਹ ਸਾਰਾ ਜਮ੍ਹਾਂ ਕਰਾਤਾ, ਸਪੋਜ਼ ਤੁਹਾਡੀ ਫੀਸ ਸੀ 11 ਲੱਖ, 6.5 ਲੱਖ ਤੁਸੀਂ GIC ਜਮ੍ਹਾਂ ਕਰਾਤਾ, ਦੈਟ ਮੀਨਸ ਯੋਰ ਐਕਸਪੈਂਸਿਸ ਬਿਕਮ 17 lakhs। ਇਸ ਤੋਂ ਬਾਅਦ ਤੁਹਾਡੀ ਐਮਬੈਸੀ ਫੀਸ ਜਮ੍ਹਾਂ ਹੁੰਦੀ ਹੈ ਜਿਹਦੇ ਵਿੱਚ ਬਾਇਓਮੈਟ੍ਰਿਕ ਦੇ ਪੈਸੇ ਵੀ ਲੱਗਦੇ ਆ $150 ਪਲੱਸ $85, $235 ਤੁਹਾਡੀ ਆਨਲਾਈਨ ਫੀਸ ਜਮ੍ਹਾਂ ਹੁੰਦੀ ਹੈ। ਉਹ ਵੀ ਤੁਸੀਂ ਆਪਣੇ ਕਾਰਡ ਤੋਂ ਜਿੱਥੇ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਚੱਲਦੀ ਹੈ ਉੱਥੋਂ ਪੇ ਕਰ ਸਕਦੇ ਹੋ, ਕਿਸੇ ਨੂੰ ਪੇ ਕਰਨ ਦੀ ਲੋੜ ਨਹੀਂ ਹੈਗੀ। ਬਟ ਟੋਟਲ ਅਮਾਊਂਟ 16-17 ਹਜ਼ਾਰ ਰੁਪਈਆ ਬਣ ਜਾਂਦਾ ਡਾਲਰ ਰੇਟ ਦੇ ਹਿਸਾਬ ਨਾਲ। ਸੋ ਤੁਸੀਂ ਉਹ ਪੈਸਾ ਆਪਣੇ ਕਾਰਡ ਤੋਂ ਪੇ ਕਿਉਂ, ਤੁਹਾਨੂੰ ਐਗਜ਼ੈਕਟਲੀ ਪਤਾ ਲੱਗ ਜਾਏਗਾ ਕਿ ਇੰਨੇ ਪੈਸੇ ਲੱਗੇ, ਕਿਸੇ ਨੂੰ ਦੇਣ ਦੀ ਲੋੜ ਨਹੀਂ। ਸੋ ਆਪਾਂ ਦੇਖਿਆ ਕਿ 17 ਲੱਖ ਰੁਪਏ ਬੱਚੇ ਨੇ ਪਹਿਲਾਂ ਦਿੱਤਾ, 17.5 ਲੱਖ ਰੁਪਈਆ 16,000 ਉਹਦੀ ਐਮਬੈਸੀ ਫੀਸ ਲੱਗੀ, ਹੁਣ ਬਚਿਆ ਆਪਣਾ ਫਲਾਈਟ ਦਾ ਖਰਚਾ। ਸੋ ਫਲਾਈਟ ਦੇ ਖਰਚਾ ਤੁਸੀਂ ਕਹੋ ਕਿ 80,000 ਦੀ ਟਿਕਟ ਵੀ ਮਿਲਦੀ ਹੈ ਔਰ 1.5 ਲੱਖ ਦੀ ਵੀ ਮਿਲਦੀ ਹੈ। ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਸੀਜ਼ਨ 'ਚ ਟਿਕਟ ਖਰੀਦਦੇ ਹੋ। ਜੇ ਤਾਂ ਬਿਲਕੁਲ ਤੁਸੀਂ ਕਹੋ ਕਿ ਅੱਜ ਦੀ ਡੇਟ 'ਚ ਆਪਾਂ ਅਪ੍ਰੈਲ 'ਚ ਬੈਠੇ ਹਾਂ ਔਰ ਮਈ ਇਨਟੇਕ 'ਚ ਜਾਣਾ ਤਾਂ ਹੁਣ ਤਾਂ 1.25 ਲੱਖ 1.5 ਲੱਖ ਦੀ ਟਿਕਟ ਹੀ ਮਿਲਣੀ ਹੈ ਵਨ ਵੇ। ਔਰ ਜੇ ਤੁਸੀਂ ਕਹੋ ਕਿ ਆਪਾਂ ਪਹਿਲਾਂ ਹੀ 2 ਮਹੀਨੇ ਪਹਿਲਾਂ ਹੀ ਟਿਕਟ ਲੈ ਲਈ, ਆਪਣਾ ਵੀਜ਼ਾ 2 ਮਹੀਨੇ ਪਹਿਲਾਂ ਹੀ ਆ ਗਿਆ ਸੀ, ਫਿਰ ਤੁਸੀਂ 80,000 ਦੀ ਟਿਕਟ ਵੀ ਖਰੀਦ ਸਕਦੇ ਹੋ। ਸੋ ਟੋਟਲ ਖਰਚਾ ਜੇ ਕਹੀਏ ਤਾਂ ਕੈਨੇਡਾ ਦਾ 19 lakhs ਦੇ ਕਰੀਬ ਹੋਇਆ ਟਿਕਟ ਪਾ ਕੇ, ਪਲੱਸ ਯੂ ਹੈਵ 6.25 ਲੱਖ ਰੁਪਈਆ ਤੁਹਾਡੇ ਆਪਣੇ ਖਾਤੇ 'ਚ ਪਿਆ ਕੈਨੇਡਾ ਦੇ ਵਿੱਚ, ਵਿਚ ਇਜ਼ ਰਿਫੰਡੇਬਲ। ਪਹੁੰਚ ਕੇ ਤੁਹਾਨੂੰ $2,000 ਮਿਲਦਾ ਯਾਨੀ ਕਿ 1,20,000 ਰੁਪਈਆ। ਜੇ ਤੁਸੀਂ ਲੈਪਟਾਪ ਖਰੀਦਣਾ ਹੈ, ਇਨੀਸ਼ੀਅਲ ਸੈਟਲਮੈਂਟ ਕਰਨੀ ਹੈ, ਸਿਕਿਉਰਿਟੀ ਦੇਣੀ ਹੈ, ਅਕੋਮੋਡੇਸ਼ਨ ਲੈਣੀ ਹੈ, ਔਰ ਉਸ ਤੋਂ ਬਾਅਦ ਤੁਹਾਨੂੰ 800 ਕੁਛ ਡਾਲਰ ਹਰ ਮਹੀਨੇ ਮਿਲਦੇ ਰਹਿੰਦੇ ਆ ਫॉर ਫਰਸਟ 1 year। ਨੋਰਮਲੀ ਬੱਚਿਆਂ ਨੂੰ ਮੇਰੀ ਇਹੀ ਐਡਵਾਈਸ ਦਿੰਦੀ ਹੈ ਕਿ ਆਪਾਂ GIC ਨਾ ਯੂਜ਼ ਕਰੀਏ। ਬੱਚੇ ਪਾਰਟ ਟਾਈਮ ਜੌਬ ਕਰ ਲੈਂਦੇ ਆ ਐਂਡ ਬੱਚੇ ਜਦੋਂ ਪਾਰਟ ਟਾਈਮ ਜੌਬ ਕਰ ਲੈਂਦੇ ਆ ਤਾਂ ਉਹ GIC ਯੂਜ਼ ਨਾ ਕਰੀਏ ਤੇ ਉਹ GIC ਦੇ ਨਾਲ ਆਪਣੀ ਅਗਲੇ ਸਾਲ ਦੀ ਫੀਸ ਦੇ ਸਕਦੇ ਆ। ਸੋ ਸਟੂਡੈਂਟਸ ਜੋ ਕੈਨੇਡਾ ਦਾ ਐਕਸਪੈਂਸ ਹੈਗਾ ਉਹ ਇੰਨਾ ਹੀ ਹੈਗਾ। ਸੋ ਇਟ ਕੈਨ ਬੀ ਬਿਟਵੀਨ 15 lakhs to 20 lakhs if you are going to a college. So it can be between 18-19 lakhs to 30 lakhs if you are going to a ਯੂਨੀਵਰਸਿਟੀ। ਜੀ ਬਿਲਕੁਲ। ਸੋ ਬਹੁਤ ਵਧੀਆ ਢੰਗ ਦੇ ਨਾਲ ਸਰ ਨੇ ਪੂਰਾ ਸਟੈਪ ਬਾਈ ਸਟੈਪ ਤੁਹਾਨੂੰ ਸਮਝਾ ਦਿੱਤਾ ਤੇ ਤੁਸੀਂ ਇਹ ਸਾਰੀ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਔਰ ਤੁਹਾਨੂੰ ਪਤਾ ਹੋਏਗਾ ਤਾਂ ਕਿਤੇ ਵੀ ਤੁਸੀਂ ਫਰਾਡ ਦਾ ਸ਼ਿਕਾਰ, ਠੱਗੀ ਦਾ ਸ਼ਿਕਾਰ ਨਹੀਂ ਹੋ ਸਕਦੇ। ਤੇ ਸਰ ਸਵਾਲ ਉੱਥੇ ਆ ਜਾਂਦਾ ਜਿਹੜੇ ਸਟੂਡੈਂਟਸ ਜਾਂ ਪੇਰੈਂਟਸ ਖੁਦ ਇੰਟਰਸਟਿਡ ਹੁੰਦੇ ਨੇ ਕਿ ਜੇ ਅਸੀਂ ਫੀਸ ਜਿਹੜੀ ਹੈ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ, ਪੈਕੇਜ ਕਰ ਲੈਂਦੇ ਨੇ ਤੇ ਆਪਾਂ ਕਈ ਫਰਾਡ ਕੇਸਿਸ ਵੀ ਸੁਣਦੇ ਆ, ਤਾਂ ਉਸ ਥਾਂ ਤੇ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਜਾਂ ਫਿਰ ਤੁਸੀਂ ਇਹੀ ਕਹਿੰਦੇ ਹੋ ਕਿ ਖੁਦ ਹੀ ਫੀਸ ਪੇ ਕਰਨੀ ਚਾਹੀਦੀ ਹੈ ਸਟੈਪ ਬਾਈ ਸਟੈਪ? ਸੋ ਜਿਹੜਾ ਅਸੀਂ ਪ੍ਰੋਸੈਸ ਡਿਸਕਸ ਕੀਤਾ ਉਹ ਇੱਕ ਸਰਕਾਰੀ ਕਾਲਜ ਦਾ ਪ੍ਰੋਸੈਸ ਹੈ। ਸੋ ਕੈਨੇਡਾ 'ਚ SDS 'ਚ ਜੇ ਆਪਾਂ ਐਪਲੀਕੇਸ਼ਨ ਅਪਲਾਈ ਕਰਨੀ ਹੈ ਸਾਨੂੰ ਫੀਸ ਵੀ ਪਹਿਲਾਂ ਜਮ੍ਹਾਂ ਕਰਾਉਣੀ ਹੈ ਪੂਰੇ ਸਾਲ ਦੀ, ਸਾਨੂੰ GIC ਵੀ ਜਮ੍ਹਾਂ ਕਰਾਉਣਾ ਹੈ ਪੂਰਾ ਪਹਿਲਾਂ ਹੀ ਜਮ੍ਹਾਂ ਕਰਾਉਣਾ ਹੈ। ਸੋ ਕੋਈ ਉਹਦੇ 'ਚ ਇਹ ਨਹੀਂ ਹੈਗਾ ਕਿ ਆਪਾਂ ਅੱਧਾ ਜਮ੍ਹਾਂ ਕਰਾਇਆ ਤਾਂ ਤੁਹਾਡਾ ਕੇਸ ਹੋ ਜਾਣਾ ਨੋਨ SDS। ਸੋ ਯੋਰ ਕੇਸ ਵਿਲ ਬੀ ਨੋਨ SDS ਜੇ ਆਪਾਂ ਹਾਫ ਜਮ੍ਹਾਂ ਕਰਾਇਆ। ਸੋ ਸਟੂਡੈਂਟਸ ਇਹ ਚੀਜ਼ ਜ਼ਰੂਰ ਖਿਆਲ ਰੱਖਣੀ ਹੈ। ਹੁਣ ਨੋਰਮਲੀ ਅਸੀਂ ਗੱਲ ਕਰ ਲੈਂਦੇ ਹਾਂ, ਜਿਵੇਂ ਤੁਸੀਂ ਬੜਾ ਸੈਂਸਿਟਿਵ ਕੁਐਸਚਨ ਛੇੜ ਲਿਆ ਕਿ ਫੀਸ ਆਫਟਰ ਵੀਜ਼ਾ ਕਿੱਦਾਂ ਹੁੰਦੀ ਹੈ। ਜਾਂ ਤਾਂ ਉਹਦੇ 'ਚ ਫੇਕ ਫੀ ਰਿਸੀਟ ਲਗਾਈ ਜਾਂਦੀ ਹੈ ਜਾਂ ਫਿਰ ਤੁਹਾਡੀ ਫੀ ਰਿਸੀਟ ਲਗਾਈ ਨਹੀਂ ਜਾਂਦੀ ਜਾਂ ਫਿਰ ਉਹਦੇ 'ਚ ਕੁਛ ਹੋਰ ਮੋਡੀਫਿਕੇਸ਼ਨ ਕੀਤੀ ਜਾਂਦੀ ਹੈ। ਤੁਸੀਂ ਸੋਚੋ ਕਿ ਜੇ ਆਪਾਂ ਉਹ 'ਚ ਫੇਕ ਫੀ ਰਿਸੀਟ ਲਗਾਵਾਂਗੇ ਪ੍ਰਾਈਵੇਟ ਕਾਲਜ ਵਿੱਚ ਵੀ, ਸੋ ਕਿੰਨੇ % ਤੁਹਾਡਾ ਵੀਜ਼ਾ ਚਾਂਸ ਰਹੇਗਾ? ਸੋ ਬਹੁਤ ਘੱਟ ਵੀਜ਼ਾ ਚਾਂਸ ਚਲਾ ਜਾਂਦਾ। ਵੈਸੇ ਹੀ ਪ੍ਰਾਈਵੇਟ ਕਾਲਜਸ ਦਾ ਵੀਜ਼ਾ ਸਕਸੈਸ ਰੇਟ ਇਜ਼ ਰੀਅਲੀ ਲੈਸ, ਜਿਨ੍ਹਾਂ 'ਚ ਬੱਚਿਆਂ ਨੂੰ PGWP
ਨਹੀਂ ਮਿਲਦਾ। PGWP ਹੁੰਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਹਰ ਕੰਟਰੀ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਡਿਫਰੈਂਟ ਹੁੰਦਾ। ਜਿਵੇਂ ਕਿ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ 1 ਸਾਲ ਦੀ ਪੜ੍ਹਾਈ ਤੇ 1 ਸਾਲ ਦਾ ਹੈ ਔਰ 2 ਸਾਲ ਦੀ ਪੜ੍ਹਾਈ ਤੇ 3 ਸਾਲ ਦਾ। ਸਭ ਤੋਂ ਵਧੀਆ ਵਰਕ ਪਰਮਿਟ ਪਲਾਨ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪਲਾਨ ਹੈਗਾ ਉਹ ਕੈਨੇਡਾ ਦਾ ਹੈਗਾ। ਨਾਰਮਲੀ ਆਸਟ੍ਰੇਲੀਆ ਕਹਿੰਦਾ ਬੈਚਲਰ ਕਰੋ ਤਾਂ ਦੇਵਾਂਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ, ਮਾਸਟਰਸ ਕਰੋ ਤਾਂ ਦੇਵਾਂਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ। UK ਵੀ ਕਹਿੰਦਾ ਬੈਚਲਰ ਜਾਂ ਮਾਸਟਰਸ ਹੋਏਗੀ ਤਾਂ ਹੀ 2 ਸਾਲ ਦਾ ਵਰਕ ਪਰਮਿਟ ਮਿਲੇਗਾ, ਨਹੀਂ ਤਾਂ ਨਹੀਂ ਮਿਲੇਗਾ। ਸੋ ਬੱਚੇ ਉੱਥੇ ਜਾ ਕੇ ਬੈਚਲਰਸ ਕਰ ਹੀ ਨਹੀਂ ਸਕਦੇ। USA ਕਹਿੰਦਾ STEM ਦੇ ਕੋਰਸਿਸ ਹੋਣਗੇ, ਜੇ ਤੁਸੀਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਪੜ੍ਹੀ ਹੋਏਗੀ ਤਾਂ ਤੁਹਾਨੂੰ 2 ਸਾਲ ਦੀ OPT ਮਿਲੇਗੀ, ਨਹੀਂ ਤਾਂ ਨਹੀਂ ਮਿਲੇਗੀ। ਜਰਮਨੀ ਕਹਿੰਦਾ ਜੌਬ ਸਰਚ ਵੀਜ਼ਾ ਦੇਵਾਂਗਾ, ਪਹਿਲਾਂ ਦੇਵਾਂਗਾ 1.5 ਸਾਲ ਦਾ, ਫਿਰ ਦੇਵਾਂਗਾ 6 ਮਹੀਨੇ ਦੀ 2 ਵਾਰੀ ਐਕਸਟੈਂਸ਼ਨ। ਸੋ ਹਰ ਕੰਟਰੀ ਦਾ ਜਿਹੜਾ ਜੌਬ ਸਰਚ ਵੀਜ਼ਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਡਿਫਰੈਂਟ ਹੈ। ਬਟ ਜੇ ਅਸੀਂ ਸਾਰਿਆਂ ਨਾਲ ਕੰਪੇਅਰ ਕਰੀਏ ਤਾਂ ਕੈਨੇਡਾ ਦਾ ਜਿਹੜਾ ਵਰਕ ਪਰਮਿਟ ਪਲਾਨ ਹੈਗਾ ਉਹ ਸਭ ਤੋਂ ਵਧੀਆ ਹੈਗਾ। ਸਭ ਤੋਂ ਜ਼ਿਆਦਾ ਸਾਨੂੰ ਸਮਾਂ ਮਿਲਦਾ ਸੈਟਲਮੈਂਟ ਲਈ, ਔਰ ਸਭ ਤੋਂ ਜ਼ਿਆਦਾ ਸਾਨੂੰ ਜਿਹਨੂੰ ਕਹਿੰਦੇ ਕਿ ਐਕਸੈਪਟਿੰਗ ਦੇਸ਼, ਮਤਲਬ ਕਿ ਸਭ ਤੋਂ ਜ਼ਿਆਦਾ ਕਿਹੜਾ ਦੇਸ਼ ਸਾਨੂੰ ਐਕਸੈਪਟ ਕਰਦਾ ਉਹ ਕੈਨੇਡਾ, ਕਿਉਂਕਿ ਲੈਂਡ ਆਫ ਇਮੀਗ੍ਰੈਂਟਸ ਆ। ਉਹਨਾਂ ਦੀ ਆਪਣੀ ਪੋਪੂਲੇਸ਼ਨ ਤਾਂ ਹੈ ਹੀ ਨਹੀਂ। ਸੋ ਜਿਹੜਾ ਉਹ ਮੁਲਕ ਬਣਿਆ ਉਹ ਬਾਹਰੋਂ ਜਿਹੜੇ ਲੋਕੀ ਆਏ ਉਹਨਾਂ ਦੇ ਨਾਲ ਹੀ ਬਣਿਆ। ਤੁਸੀਂ ਅੱਜ ਦੀ ਡੇਟ 'ਚ ਉਹਨਾਂ ਦੇ ਕੈਬਨਿਟ ਮੰਤਰੀ ਦੇਖੋ ਜਿੰਨੇ ਵੀ ਹੈਗੇ ਆ, ਜਾਂ ਤਾਂ ਉਹ ਸਰਦਾਰ ਹੈ ਜਾਂ ਉਹ ਅਫਰੀਕਨ ਹੈ ਜਾਂ ਫਿਰ ਇਟਾਲੀਅਨ ਹੈ। ਸੋ ਸਾਰੇ ਹੀ ਮਾਈਗ੍ਰੈਂਟਸ ਹੈਗੇ ਆ ਜਿੰਨੇ ਵੀ ਕੈਬਨਿਟ ਮੰਤਰੀ ਹੈਗੇ ਆ। ਔਰ ਡਿਸਕ੍ਰਿਮੀਨੇਸ਼ਨ ਮੈਂ ਕਹਾਂਗਾ ਕਿ ਆਪਣੇ ਬੰਦੇ ਹੁਣ ਜ਼ਿਆਦਾ ਕਰਨ ਲੱਗ ਗਏ ਆ, ਕਿਉਂਕਿ ਜਿਹੜੇ ਆਪਣੇ ਬੰਦੇ ਹੈਗੇ ਆ ਉਹ ਥੋੜ੍ਹੀ ਜਿਹੀ ਰੂਸਿਜ਼ਮ ਵੱਲ ਚੱਲ ਪੈਂਦੇ ਆ। ਉਹ ਸਗੋਂ ਕਹਿੰਦੇ ਕਿ ਯਾਰ ਇੰਨੇ ਇੰਡੀਅਨ ਇੱਥੇ ਆ ਗਏ, ਪਰ ਇਹ ਭੁੱਲ ਗਏ ਆ ਕਿ ਤੁਸੀਂ ਵੀ ਇੰਡੀਅਨ ਹੀ ਇੱਥੇ ਆਏ ਹੋਏ ਹੋ। ਸੋ ਗੋਰੇ ਰੇਸਿਜ਼ਮ ਨਹੀਂ ਕਰਦੇ, ਆਪਣੇ ਬੰਦੇ ਕਈ ਵਾਰੀ ਰੇਸਿਜ਼ਮ ਕਰ ਦਿੰਦੇ ਆ। ਸੋ ਸਟੂਡੈਂਟਸ ਇਸ ਚੀਜ਼ਾਂ ਦਾ ਆਪਾਂ ਛੋਟੀ ਚੀਜ਼ਾਂ ਦਾ ਖਿਆਲ ਰੱਖਣਾ। ਆਪਾਂ ਜਦੋਂ ਉੱਥੇ ਜਾਣਾ ਤਾਂ ਬਹੁਤ ਹੀ ਸਟਰੋਂਗ ਹੈਡ ਨਾਲ ਹੋ ਕੇ ਜਾਣਾ। ਕੋਈ ਫालतू ਖਰਚਾ ਨਹੀਂ ਕਰਨਾ, ਕੋਈ ਗੱਡੀ ਨਹੀਂ ਲੈਣੀ ਜਾਂਦਿਆਂ ਹੀ, ਜ਼ਿਆਦਾ ਖਰਚਾ ਬਿਲਕੁਲ ਨਹੀਂ ਕਰਨਾ। ਔਰ ਜੇ ਮੈਂ ਸਟੂਡੈਂਟਸ ਨੂੰ ਇੱਕ ਹੋਰ ਐਡਵਾਈਸ ਦੇਵਾਂਗਾ ਜਿਹੜੀ ਸ਼ਾਪਿੰਗ ਕਰਨੀ ਹੈ, ਬਿਕੋਜ਼ ਹੁਣ ਦੇਖੋ ਬੱਚੇ ਸਾਰੇ ਮਈ ਇਨਟੇਕ ਲਈ ਜਾ ਰਹੇ ਨੇ, ਤਾਂ ਮੈਂ ਉਹਨਾਂ ਨੂੰ ਵੀ ਐਡਵਾਈਸ ਦੇਣਾ ਚਾਹਾਂਗਾ ਜਿਹੜੀ ਸ਼ਾਪਿੰਗ ਕਰਨੀ ਇੱਥੋਂ ਨਹੀਂ ਕਰਨੀ, ਕਿਉਂਕਿ ਉੱਥੇ ਬ੍ਰਾਂਡਡ ਕੱਪੜੇ ਬਹੁਤ ਸਸਤੇ ਮਿਲਦੇ ਆ ਤੇ ਜਿਹੜੇ ਵਿੰਟਰ ਕਲੋਥਸ ਹੈਗੇ ਆ ਉਹ ਉੱਥੇ ਜਾ ਕੇ ਲਓ ਤਾਂ ਬੈਟਰ ਹੈ। ਬਿਕੋਜ਼ ਇੱਥੋਂ ਤੁਹਾਨੂੰ ਉਹ ਵਿੰਟਰ ਕਲੋਥਸ ਉੱਥੇ ਜਾ ਕੇ ਚੱਲਣੇ ਹੀ ਨਹੀਂ। ਉਹ ਜਿਹੜੇ ਬਰਫ਼ 'ਚ ਨਾ ਤੁਹਾਡੇ ਸ਼ੂਜ਼ ਚੱਲਣੇ ਆ, ਨਾ ਪੈਂਟਸ ਚੱਲਣੀ ਆ, ਨਾ ਜੈਕਟ ਚੱਲਣੀ ਆ। ਸੋ ਯੂ ਸ਼ੁੱਡ ਬਾਏ ਫਰੋਮ ਦੇਅਰ ਇਟਸੈਲਫ। ਸੋ ਸਟੂਡੈਂਟਸ ਪੂਰੇ ਮੈਂ ਸਟੂਡੈਂਟਸ ਨਾਲ ਗੱਲਬਾਤ ਕਰਦਾ ਰਹਿੰਦਾ ਜਦੋਂ ਮੈਂ ਸਾਲ 'ਚ 2 ਜਾਂ 3 ਵਾਰੀ ਕੈਨੇਡਾ ਜਾਂਦਾ। ਜਰਮਨੀ ਵਿਜ਼ਿਟ ਮੇਰੀ ਰਹਿੰਦੀ ਹੈ ਹਰ ਸਾਲ, USA ਮੈਂ ਇੱਕ ਵਿਜ਼ਿਟ ਕਰਦਾ ਹਰ ਸਾਲ। ਸੋ ਇਹਨਾਂ ਤਿੰਨੋਂ ਕੰਟਰੀਜ਼ 'ਚ ਆਈ ਐਮ ਵੈਰੀ ਕੌਨਫੀਡੈਂਟ ਕਿ ਜਿਹੜਾ ਬੱਚਾ ਜਾਂਦਾ ਉਹਨੂੰ ਮੈਂ ਇੱਕ ਚੰਗੀ ਤਰ੍ਹਾਂ ਗਾਈਡ ਕਰ ਸਕਦਾ। ਆਸਟ੍ਰੇਲੀਆ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਜਾਈਏ, ਬਟ ਆਸਟ੍ਰੇਲੀਆ ਦੇ ਜਿਵੇਂ ਅਸੀਂ ਰੂਲਸ ਦੇਖਦੇ ਹਾਂ ਕਿ ਬਹੁਤ ਜਲਦੀ ਚੇਂਜ ਹੋ ਜਾਂਦੇ ਆ। ਐਵਰੀ ਡੇ ਦੇ ਆਰ ਡੂਇੰਗ ਸਮ ਚੇਂਜਸ ਵਿਚ ਇਜ਼ ਨੋਟ ਗੁੱਡ ਫॉर ਸਟੂਡੈਂਟ। ਜੇ ਆਪਾਂ ਹੋਰ ਜਲਦੀ ਚੇਂਜਸ ਕਰਾਂਗੇ ਤਾਂ ਸਟੂਡੈਂਟਸ ਬੈਚਲਰ ਡਿਗਰੀ ਕਰਨੀ ਬਹੁਤ ਜ਼ਿਆਦਾ ਆਸਟ੍ਰੇਲੀਆ 'ਚ ਹੈ। ਸੈਕੰਡਲੀ ਆਪਾਂ ਹੋਰ ਵੀ ਕੰਟਰੀਜ਼ ਦੀ ਬਜਟਿੰਗ ਡਿਸਕਸ ਕਰਾਂਗੇ। ਬਿਲਕੁਲ ਹੋਰ ਵੀ ਕੰਟਰੀਜ਼ ਦੀ ਗੱਲ ਕਰਾਂਗੇ, ਪਰ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਲੈਂਡਮਾਰਕ ਇਮੀਗ੍ਰੇਸ਼ਨਸ ਵੱਲੋਂ ਸਟੂਡੈਂਟਸ ਨੂੰ ਹਰ ਪੁਆਇੰਟ ਤੇ ਗਾਈਡ ਕੀਤਾ ਜਾਂਦਾ। ਸਰ ਨੇ ਆਪਣੇ ਇੰਨੇ ਸਾਲਾਂ ਦੇ ਤਜਰਬੇ ਨਾਲ ਹੀ ਤੁਹਾਨੂੰ ਦੱਸਿਆ ਕਿ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਦਿੱਕਤ ਉੱਥੇ ਫੇਸ ਕਰਨੀ ਪੈਂਦੀ ਹੈ, ਤੁਹਾਨੂੰ ਉਸ ਤਰ੍ਹਾਂ ਦੀ ਮੁਸ਼ਕਿਲਾਂ ਨਾ ਆਉਣ। ਸੋ ਇਹਨਾਂ ਗੱਲਾਂ ਦਾ ਤੁਸੀਂ ਅੱਗੋਂ ਧਿਆਨ ਜ਼ਰੂਰ ਰੱਖਣਾ ਹੈ। ਅੱਗੋਂ ਆਪਾਂ ਜੇਕਰ ਗੱਲ ਸਰ ਆਸਟ੍ਰੇਲੀਆ ਦੀ ਕਰੀਏ, ਜਿਵੇਂ ਆਪਾਂ ਦੇਖਦੇ ਹਾਂ ਕਿ ਫਾਈਲਿੰਗ ਪ੍ਰੋਸੈਸ ਆਸਟ੍ਰੇਲੀਆ ਦਾ ਬਹੁਤ ਹੀ ਡਿਫਰੈਂਟ ਹੈ ਕੈਨੇਡਾ ਨਾਲੋਂ ਵੀ। ਤਾਂ ਅਗਰ ਆਪਾਂ ਇੱਥੇ ਫੀਸ ਸਟਰਕਚਰ ਦੀ ਵੀ ਗੱਲ ਕਰੀਏ ਤਾਂ ਉੱਥੇ ਕਿਹੜੀ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਜਦੋਂ ਸਟੂਡੈਂਟ ਅਗਰ ਮਾਈਂਡ ਬਣਾਏ ਕਿ ਉਹਨੇ ਆਸਟ੍ਰੇਲੀਆ ਦੇ ਲਈ ਅਪਲਾਈ ਕਰਨਾ ਹੈ, ਤਾਂ ਕਿਵੇਂ ਸਟੈਪ ਬਾਏ ਸਟੈਪ ਇਹਦਾ ਵੀ ਜ਼ਰੂਰ ਦੱਸਿਓ ਕਿ ਸਟੂਡੈਂਟ ਪ੍ਰੀਪੇਅਰ ਹੋਣ ਤੇ ਹਰ ਇੱਕ ਸਟੈਪ ਉਹਨਾਂ ਨੂੰ ਪਤਾ ਹੋਵੇ ਕਿ ਕਿਵੇਂ ਕਦੋਂ ਫੀਸ ਜਾਏਗੀ ਤੇ ਕਿਹੜੇ ਖਰਚੇ ਹੋਣਗੇ। ਸੋ ਸਭ ਤੋਂ ਪਹਿਲੀ ਗੱਲ, ਜਦੋਂ ਆਪਾਂ ਆਸਟ੍ਰੇਲੀਆ ਡਿਸਕਸ਼ਨ ਕਰ ਰਹੇ ਹਾਂ ਤਾਂ ਆਸਟ੍ਰੇਲੀਆ ਦੀ ਕੋਈ ਐਪਲੀਕੇਸ਼ਨ ਫੀਸ ਨਹੀਂ ਹੈਗੀ। ਸੋ ਕੈਨੇਡਾ ਦੀ ਐਪਲੀਕੇਸ਼ਨ ਫੀਸ ਹੈ, ਆਸਟ੍ਰੇਲੀਆ ਦੀ ਕੋਈ ਐਪਲੀਕੇਸ਼ਨ ਫੀਸ ਨਹੀਂ, ਨਿਊਜ਼ੀਲੈਂਡ ਦੀ ਕੋਈ ਐਪਲੀਕੇਸ਼ਨ ਫੀਸ ਨਹੀਂ, ਜਰਮਨੀ ਦੀ ਕੋਈ ਐਪਲੀਕੇਸ਼ਨ ਫੀਸ ਨਹੀਂ, USA ਦੀ ਵੀ ਕੁਝ ਯੂਨੀਵਰਸਿਟੀਆਂ ਇਸ ਟਾਈਮ ਐਪਲੀਕੇਸ਼ਨ ਫੀਸ ਤੇ ਵੇਵਰ ਦੇ ਰਹੀਆਂ। ਸੋ ਸਟੂਡੈਂਟ ਪਹਿਲੀ ਗੱਲ, ਐਪਲੀਕੇਸ਼ਨ ਫੀਸ ਦੇ ਨਾਂ ਤੇ ਕਿਸੇ ਨੂੰ ਪੈਸੇ ਨਹੀਂ ਦੇਣੇ। ਮੇਰੇ ਕੋਲ ਕੋਈ ਨਾ ਕੋਈ ਬੱਚਾ ਆਈ ਜਾਂਦਾ ਕਿ 10,000 ਰੁਪਈਆ ਕਿਸੇ ਨੇ ਲੈ ਲਿਆ ਆਫਰ ਲੈਟਰ ਮੰਗਾਉਣ ਦਾ। ਸੋ ਐਪਲੀਕੇਸ਼ਨ ਫੀਸ ਨਹੀਂ ਹੈਗੀ ਆਸਟ੍ਰੇਲੀਆ ਦੀ। ਸੋ ਆਸਟ੍ਰੇਲੀਆ ਦੀ ਆਪਾਂ ਆਫਰ ਲੈਟਰ ਅਪਲਾਈ ਕਰਦੇ ਹਾਂ, ਆਫਰ ਲੈਟਰ ਆ ਜਾਂਦੀ ਹੈ। ਸੋ ਆਸਟ੍ਰੇਲੀਆ ਇਜ਼ ਐਨ ਐਕਸਪੈਂਸਿਵ ਕੰਟਰੀ। ਜੇ ਅਸੀਂ ਗੱਲ ਕਰੀਏ ਕਿ ਪੜ੍ਹਾਈ ਕਰਨੀ ਮਹਿੰਗੀ ਹੈ, ਜਿਹੜੀ ਫੀਸ ਹੈਗੀ ਉਹ $25,000 ਤੋਂ ਸ਼ੁਰੂ ਹੁੰਦੀ ਹੈ। ਸੋ $25,000 ਇਜ਼ ਲਾਈਕ 15 lakhs ਅ ਈਅਰ। ਸੋ 15 ਲੱਖ ਰੁਪਈਆ ਸਾਲਾਨਾ ਸਾਡੀ ਫੀਸ ਸ਼ੁਰੂ ਹੁੰਦੀ ਹੈ। ਜੇ ਤੁਸੀਂ ਬੈਚਲਰ ਡਿਗਰੀ 'ਚ ਜਾ ਰਹੇ ਹੋ ਤਾਂ 15 ਲੱਖ × 3 ਯਾਨੀ ਕਿ 45 ਲੱਖ ਰੁਪਈਆ ਘੱਟੋ ਘੱਟ ਦੇਣਾ ਪਏਗਾ। ਜੇ ਇੰਜੀਨੀਅਰਿੰਗ ਕਰਨ ਜਾ ਰਹੇ ਹੋ ਤਾਂ 15 ਲੱਖ × 4 60 ਲੱਖ ਰੁਪਈਆ ਆਪਾਂ ਨੂੰ ਖਰਚਣਾ ਪਏਗਾ। ਔਰ ਜੇ ਅਸੀਂ ਮਹਿੰਗੀ ਯੂਨੀਵਰਸਿਟੀ 'ਚ ਜਾ ਰਹੇ ਹਾਂ ਜਿਵੇਂ ਕਿ $30,000 ਫੀਸ ਹੈ ਤਾਂ ਤੁਸੀਂ ਮਲਟੀਪਲਾਈ ਕਰ ਸਕਦੇ ਹੋ। ਸੋ ਆਸਟ੍ਰੇਲੀਆ 'ਚ ਪੂਰੀ ਫੀਸ ਭਾਵੇਂ ਅਸੀਂ ਨਾ ਦਈਏ। ਸੋ ਸਭ ਤੋਂ ਪਹਿਲਾਂ ਅਸੀਂ ਆਫਰ ਲੈਟਰ ਅਪਲਾਈ ਕੀਤੀ, ਆਫਰ ਲੈਟਰ ਆ ਗਈ, ਆਫਰ ਲੈਟਰ 'ਤੇ ਫੀਸ ਲਿਖੀ ਹੋਈ ਹੈ।
ਫਸਟ ਥਿੰਗ ਹੁੰਦੀ ਹੈ GTE ਡਾਕੂਮੈਂਟਸ, ਜੈਨੂਇਨ ਟੈਂਪਰੇਰੀ ਐਂਟਰੈਂਟ ਡਾਕੂਮੈਂਟਸ। ਮਤਲਬ ਕਿ ਜੇ GTE ਕਲੀਅਰ ਹੋਏਗੀ ਫਿਰ ਆਪਾਂ ਫੀਸ ਜਮ੍ਹਾਂ ਕਰਾਣੀ ਹੈ। ਤੁਹਾਨੂੰ ਪਤਾ ਹੀ ਹੋਏਗਾ ਕਿ ਇਸ ਟਾਈਮ ਤੇ ਆਸਟ੍ਰੇਲੀਆ ਦੀ GTE ਤੇ ਹੀ ਮਹੀਨੇ ਲੱਗ ਰਹੇ ਆ, ਕਿਸੇ ਨੂੰ 2 ਮਹੀਨੇ ਲੱਗ ਰਹੇ ਆ, ਕਿਸੇ ਨੂੰ 3 ਮਹੀਨੇ ਲੱਗ ਰਹੇ ਆ, ਕਿਸੇ ਨੂੰ 30 ਡੇਜ਼ ਲੱਗ ਰਹੇ ਆ। ਸੋ ਸਭ ਤੋਂ ਚੀਜ਼ ਹੈਗੀ GTE। ਸੋ GTE 'ਚ ਆਸਟ੍ਰੇਲੀਅਨ ਯੂਨੀਵਰਸਿਟੀ ਤੁਹਾਡੇ ਤੋਂ ਮੰਗਦੀ ਹੈ ਕਿ ਹਾਊ ਯੂ ਵਿਲ ਸਪੋਰਟ ਯੋਰ ਸਟੱਡੀਜ਼ ਇਨ ਆਸਟ੍ਰੇਲੀਆ। ਸੋ ਆਪਾਂ ਸਾਰੇ ਫਾਈਨੈਂਸ਼ੀਅਲ ਸਬਮਿਟ ਕਰਦੇ ਹਾਂ ਕਿ ਸਾਡੇ ਕੋਲ ਫਾਈਨੈਂਸ਼ੀਅਲਸ ਹੈਗੇ ਆ, 30 ਲੱਖ ਰੁਪਈਆ ਹੈਗਾ, 35 ਲੱਖ ਰੁਪਈਆ ਹੈਗਾ, ਐਂਡ ਦਿਸ ਇਜ਼ ਹਾਊ ਵੀ ਵਿਲ ਸਪੋਰਟ ਆਵਰ ਸਟੱਡੀਜ਼ ਇਨ ਆਸਟ੍ਰੇਲੀਆ। ਸੋ ਆਸਟ੍ਰੇਲੀਆ ਹੁਣ ਉਹਨਾਂ ਨੇ ਤੁਹਾਡੇ ਸਾਰੇ ਫਾਈਨੈਂਸ਼ੀਅਲ ਡਾਕੂਮੈਂਟਸ ਲੈ ਲਏ। ਉਸ ਤੋਂ ਬਾਅਦ ਉਹ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਸਕੈਨ ਕਰਦੇ ਆ, ਵੈਰੀਫਾਈ ਕਰਦੇ ਆ। ਈਵਨ ਆਸਟ੍ਰੇਲੀਅਨ ਯੂਨੀਵਰਸਿਟੀਜ਼ ਵਿਲ ਸੈਂਡ ਐਨ ਈਮੇਲ ਟੂ ਬੈਂਕਸ ਕਿ ਬੈਂਕ ਨੂੰ ਈਮੇਲ ਜਾਂਦੀ ਹੈ ਆਸਟ੍ਰੇਲੀਅਨ ਯੂਨੀਵਰਸਿਟੀ ਵੱਲੋਂ ਕਿ ਜਿਹੜੇ ਫੰਡਸ ਬੱਚੇ ਨੇ ਸ਼ੋ ਕੀਤੇ ਹੈ, is it verified, genuine, and there is no issue in these funds। ਸੋ ਸਟੂਡੈਂਟਸ ਉੱਥੋਂ ਵੈਰੀਫਿਕੇਸ਼ਨ ਤੋਂ ਆਉਣ ਬਾਅਦ ਉਹ ਤੁਹਾਡੀ ਇੱਕ ਇੰਟਰਵਿਊ ਵੀ ਲੈਂਦੇ ਆ। ਸੋ ਕਾਫੀ ਸਾਰੀਆਂ ਯੂਨੀਵਰਸਿਟੀਆਂ ਇੰਟਰਵਿਊ ਵੀ ਲੈਂਦੀਆਂ ਕਿ ਯੈਸ ਦੇ ਵਿਲ ਟਾਕ ਟੂ ਯੂ ਕਿ ਹੂ ਇਜ਼ ਸ਼ੋਇੰਗ ਯੋਰ ਫੰਡਸ, ਵਾਈ ਡੂ ਯੂ ਪਲਾਨ ਟੂ ਕਮ ਟੂ ਆਸਟ੍ਰੇਲੀਆ। SOP ਤੁਹਾਡੀ ਜਮ੍ਹਾਂ ਹੁੰਦੀ ਹੈ ਟੂ ਦ ਯੂਨੀਵਰਸਿਟੀ ਕਿ ਵਾਟ ਇਜ਼ ਦ ਆਊਟਕਮ ਯੂ ਆਰ ਲੁਕਿੰਗ ਐਟ। ਸੋ ਆਸਟ੍ਰੇਲੀਆ ਦਾ ਪ੍ਰੋਸੈਸ ਥੋੜ੍ਹਾ ਜਿਹਾ tedious ਹੋ ਜਾਂਦਾ। ਸੋ GTE ਜਦੋਂ ਕਲੀਅਰ ਹੋ ਜਾਂਦੀ ਹੈ ਬੱਚੇ ਦੀ ਤਾਂ ਆਸਟ੍ਰੇਲੀਅਨ ਯੂਨੀਵਰਸਿਟੀ ਕਹਿੰਦੀ ਹੈ ਕਿ ਯੂ ਸ਼ੁੱਡ ਪੇ 1 semester ਫੀਸ ਮਿਨੀਮਮ, ਬਟ ਇਫ ਯੂ ਵਿਸ਼ ਟੂ ਪੇ ਫੁੱਲ ਈਅਰ ਫੀਸ ਦੈਨ ਆਲਸੋ ਯੂ ਕੈਨ ਪੇ ਫੁੱਲ ਈਅਰ ਫੀਸ। ਸੋ ਆਈ ਵਿਲ ਐਡਵਾਈਜ਼ ਕਿ ਆਪਾਂ ਪੂਰੇ ਸਾਲ ਦੀ ਫੀਸ ਜਮ੍ਹਾਂ ਕਰਾ ਦਈਏ ਬਿਕੋਜ਼ ਦੈਟ ਵਿਲ ਆਲਸੋ ਹੈਲਪ ਇਨ ਯੋਰ ਵੀਜ਼ਾ। ਕਈ ਵਾਰੀ ਆਪਾਂ ਕਹਿੰਦੇ ਆਪਾਂ ਵੀਜ਼ਾ ਰਿਫਿਊਜ਼ ਹੋ ਗਿਆ, ਸੋ ਆਪਾਂ 6 ਮਹੀਨੇ ਦੀ ਫੀਸ ਜਮ੍ਹਾਂ ਕਰਾਈ ਹੁੰਦੀ ਹੈ ਤਾਂ ਕਈ ਵਾਰੀ ਵੀਜ਼ਾ ਰਿਫਿਊਜ਼ ਹੋ ਜਾਂਦਾ। ਸੋ ਡਿਪੋਜ਼ਿਟ ਫੁੱਲ ਈਅਰ ਫੀਸ ਐਂਡ ਦੈਨ ਆਪਾਂ ਜਦੋਂ ਆਪਣੀ ਐਪਲੀਕੇਸ਼ਨ ਲਗਾਉਣੀ ਹੈ ਤਾਂ $550 ਦੇ ਕਰੀਬ ਅਸੀਂ ਕੀ ਕਹਿੰਦੇ ਆ ਆਪਣੀ ਐਮਬੈਸੀ ਫੀਸ ਪੇ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਚਾਰਜ ਹੈਗਾ ਓਵਰਸੀਜ਼ ਹੈਲਥ ਕਵਰ OSHC, ਜਿਹਦਾ ਕਾਸਟ ਬਹੁਤ ਜ਼ਿਆਦਾ ਹੈ, 1.5 ਤੋਂ 2 ਲੱਖ ਰੁਪਈਆ ਹੋ ਜਾਂਦੀ ਹੈ। ਸੋ ਉਹ ਵੀ ਸਟੂਡੈਂਟ ਨੂੰ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਟਿਊਸ਼ਨ ਫੀਸ ਪੇ ਕਰਨੀ ਹੈ ਜਿਹੜੀ ਕਿ ਰੇਂਜ ਕਰ ਸਕਦੀ ਹੈ 7 ਤੋਂ 8 ਲੱਖ ਰੁਪਈਆ ਇਫ ਯੂ ਆਰ ਪੇਇੰਗ ਫॉर 1 ਈਅਰ, ਐਂਡ ਇਫ ਯੂ ਆਰ ਪੇਇੰਗ ਫॉर 2 ਈਅਰਸ 14 ਲੱਖ ਤੋਂ 16 ਲੱਖ ਰੁਪਈਏ ਦੇ ਵਿੱਚ ਹੋ ਸਕਦੀ ਹੈ। ਸੋ ਅਸੀਂ ਖਰਚਾ ਦੇਖੀਏ ਤਾਂ 1.5 ਤੋਂ 2 ਲੱਖ ਤੁਹਾਡਾ ਓਵਰਸੀਜ਼ ਹੈਲਥ ਕਵਰ ਹੋ ਸਕਦਾ ਹੈ। ਐਮਬੈਸੀ ਫੀਸ 30 ਤੋਂ 35 ਹਜ਼ਾਰ ਰੁਪਈਆ। ਸੋ ਜੇ ਆਸਟ੍ਰੇਲੀਆ ਦਾ ਖਰਚਾ ਦੇਖੀਏ ਤਾਂ ਉਹ ਵੀ 17-18 ਲੱਖ ਰੁਪਈਆ ਤੱਕ ਪਹੁੰਚ ਜਾਂਦਾ ਟਿਕਟ ਮਿਲਾ ਕੇ। ਸੋ ਸਟੂਡੈਂਟ ਆਸਟ੍ਰੇਲੀਆ ਦੀ ਟਿਕਟ ਵੀ ਤੁਹਾਨੂੰ ਲੱਖ ਸਵਾ ਲੱਖ ਦੀ ਹੀ ਆਏਗੀ ਬਿਕੋਜ਼ ਜਦੋਂ ਅਸੀਂ ਖਰੀਦਦੇ ਹਾਂ ਅੱਜ ਦੀ ਡੇਟ 'ਚ ਟਰੈਵਲ ਖੁੱਲ੍ਹ ਚੁੱਕਿਆ। ਸੋ ਆਸਟ੍ਰੇਲੀਆ ਟਿਕਟ ਵੀ ਅੱਜ ਦੀ ਡੇਟ 'ਚ ਕਾਸਟਲੀ ਹੀ ਚੱਲ ਰਹੀ ਹੈ। ਸੋ ਕੰਪੇਅਰ ਕਰੀਏ ਕੈਨੇਡਾ ਆਸਟ੍ਰੇਲੀਆ ਨੂੰ, ਖਰਚਾ ਸਾਲਾਨਾ ਓਨਾ ਕੀ ਆ ਜਾਂਦਾ ਬਟ ਉਹਦੇ 'ਚ GIC ਰਿਫੰਡੇਬਲ ਹੈ 6.5 ਲੱਖ, ਇਹਦੇ 'ਚ GIC ਗਿਆ ਹੀ ਨਹੀਂ। ਸੋ ਸਟੂਡੈਂਟ ਲਿਵਿੰਗ ਕਾਸਟ ਅਲੱਗ ਤੋਂ ਜਿਹੜੇ ਅਸੀਂ ਫੰਡ ਸ਼ੋ ਕੀਤੇ ਹੁੰਦੇ ਆ ਉੱਥੇ ਜਾ ਕੇ ਉਸ ਫੰਡਸ ਦੇ ਨਾਲ ਅਸੀਂ ਸਰਵਾਈਵ ਕਰਨਾ। ਜੀ ਬਿਲਕੁਲ। ਸੋ ਦੇਖੋ ਬੜੇ ਹੀ ਸਟੈਪ ਬਾय ਸਟੈਪ ਕੈਨੇਡਾ ਬਾਰੇ ਵੀ ਪਹਿਲਾਂ ਗੱਲ ਕੀਤੀ ਸੀ, ਆਸਟ੍ਰੇਲੀਆ ਬਾਰੇ ਵੀ ਤੁਹਾਨੂੰ ਹਰ ਇੱਕ ਜਾਣਕਾਰੀ ਦਿੱਤੀ ਗਈ ਹੈ ਸਰ ਵੱਲੋਂ। ਸੋ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ। ਪਰ ਤੁਹਾਡਾ ਆਪਣਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਜ਼ਰੂਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਨੰਬਰ ਤੇ ਕਾਲ ਕਰਕੇ ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਕਿ ਟਾਈਮਲੀ ਤੁਹਾਨੂੰ ਹਰ ਚੀਜ਼ ਦੀ ਕਲੈਰਿਟੀ ਹੋਵੇ ਤੇ ਸਹੀ ਪ੍ਰੋਸੈਸ ਦੇ ਨਾਲ ਤੁਸੀਂ ਅਪਲਾਈ ਕਰਕੇ ਆਪਣਾ ਵੀਜ਼ਾ ਹਾਸਲ ਕਰ ਸਕੋ। ਸਰ ਮੈਂ ਉਹਨਾਂ ਸਟੂਡੈਂਟਸ ਬਾਰੇ ਵੀ ਗੱਲ ਕਰਨਾ ਚਾਹਾਂਗੀ। ਪ੍ਰੋਫਾਈਲ ਤਾਂ ਬਹੁਤ ਚੰਗੀ ਹੁੰਦੀ ਹੈ, ਆਇਲ ਸਕੋਰ ਵੀ ਆਪਾਂ ਕਹੀਏ 7 ਬੈਂਡ ਹੁੰਦੇ ਆ ਉਹਨਾਂ ਦੇ, ਅਕੈਡਮਿਕਸ ਵੀ ਬਹੁਤ ਸਟਰੋਂਗ ਹੁੰਦੇ ਆ, ਪਰ ਫਾਈਨੈਂਸ਼ੀਅਲੀ ਜਿਹੜੇ ਸਟੂਡੈਂਟਸ ਵੀਕ ਹੁੰਦੇ ਨੇ ਉਹਨਾਂ ਨੂੰ ਕਿਹੜੇ ਰਸਤੇ ਕਿਵੇਂ ਅਪਲਾਈ ਕਰਨਾ ਚਾਹੀਦਾ ਹੈ? ਕਿਉਂਕਿ ਚੰਗੀ ਆਪਸ਼ਨ ਉਹ ਵੀ ਚਾਹੁੰਦੇ ਨੇ ਪਰ ਕਈ ਵਾਰ ਮਹਿੰਗਾ ਬੜਾ ਲੱਗ ਰਿਹਾ ਹੁੰਦਾ, ਉਹਨਾਂ ਬਜਟ ਨਹੀਂ ਹੁੰਦਾ, ਉਹਨਾਂ ਲਈ ਕੀ ਆਪਸ਼ਨਸ ਨੇ? ਸੋ ਐਜੂਕੇਸ਼ਨ ਲੋਨ ਅੱਜ ਦੀ ਡੇਟ 'ਚ ਬਹੁਤ ਸਾਰੇ ਬੈਂਕ ਅੱਗੇ ਵੱਧ ਕੇ ਐਜੂਕੇਸ਼ਨ ਲੋਨ ਦੇ ਰਹੇ ਨੇ। ਮੋਸਟਲੀ ਪ੍ਰਾਈਵੇਟ ਬੈਂਕਸ ਬਹੁਤ ਜ਼ਿਆਦਾ ਅੱਜ ਦੀ ਡੇਟ 'ਚ ਸਪੋਰਟ ਕਰ ਰਹੇ ਨੇ ਸਟੂਡੈਂਟਸ ਨੂੰ। ਉਹਦੇ ਵਿੱਚ ਤੁਹਾਡੇ ਪੇਰੈਂਟਸ ਸ਼ੁੱਡ ਬੀ ਅਰਨਿੰਗ। ਸੋ ਇਫ ਦੇ ਆਰ ਅਰਨਿੰਗ ਐਂਡ ਦੇ ਹੈਵ ਐਨ ਇਨਕਮ ਟੈਕਸ ਰਿਟਰਨ of more than 10 lakhs, so you should apply for an education loan। so ਤੁਸੀਂ IELTS ਕਰ ਲਈ ਹੈ ਬਟ ਆਪਾਂ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ ਆ ਤਾਂ ਐਜੂਕੇਸ਼ਨ ਲੋਨ ਇਜ਼ ਅ ਵੈਰੀ ਵੈਰੀ ਗੁੱਡ ਆਪਸ਼ਨ, ਚਾਹੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ। ਸੋ ਬਹੁਤ ਸਾਰੇ ਬੈਂਕ, HDFC ਬੈਂਕ, ਐਕਸਿਸ ਬੈਂਕ, ICICI ਬੈਂਕ, ਕਾਫੀ ਸਰਕਾਰੀ ਬੈਂਕ ਦੀਆਂ ਫਾਰਮੈਲਿਟੀਜ਼ ਜ਼ਿਆਦਾ ਹੈਗੀਆਂ, ਇਹਨਾਂ ਬੈਂਕਸ ਦੀਆਂ ਫਾਰਮੈਲਿਟੀ ਘੱਟ ਹੈਗੀਆਂ। ਗੋ ਟੂ ਯਰ ਨੀਅਰੈਸਟ ਬੈਂਕ, ਜਾਂ ਸਾਡੇ ਕੋਲ ਵੀ ਬੈਂਕ ਵਾਲੇ ਆਉਂਦੇ ਰਹਿੰਦੇ ਅਸੀਂ, ਵੀ ਕੈਨ ਆਲਸੋ ਗਾਈਡ ਯੂ। ਐਜੂਕੇਸ਼ਨ ਲੋਨ ਕੈਨ ਬੀ ਵੈਰੀ ਵੈਰੀ ਈਜ਼ੀ ਪ੍ਰੋਸੈਸ ਐਂਡ ਯੂ ਕੈਨ ਗੈਟ ਐਨ ਐਜੂਕੇਸ਼ਨ ਲੋਨ। ਐਂਡ ਐਜੂਕੇਸ਼ਨ ਲੋਨ ਦੀ ਜਿਹੜੀ ਕਿਸ਼ਤ ਹੈ ਉਹ ਵੀ ਤੁਸੀਂ ਤਾਂ ਦੇਣੀ ਹੈ ਜਦੋਂ ਯੂ ਫਿਨਿਸ਼ ਅਪ ਯੋਰ ਸਟੱਡੀਜ਼, ਜਦੋਂ ਤੁਸੀਂ ਯੂ ਗੈਟ ਅ ਜੋਬ then only you have to pay your installments। तो ਜਦੋਂ ਤੁਸੀਂ ਫਿਨਿਸ਼ ਕਰ ਲੈਂਦੇ ਹੋ ਆਪਣੀ ਸਟੱਡੀਜ਼ ਤਾਂ ਤੁਸੀਂ ਲੈ ਸਕਦੇ ਹੋ। ਸੈਕਿੰਡ ਚੀਜ਼, ਇਫ ਯੂ ਆਰ ਬ੍ਰਾਈਟ, ਕਾਫੀ ਹੁਸ਼ਿਆਰ ਹੈਗੇ ਹੋ, 90% ਉੱਤੇ ਨੰਬਰ ਹੈਗੇ ਆ ਤਾਂ ਆਈ ਕੈਨ ਰਿਕੁਐਸਟ ਟੂ ਕਾਲਜਿਸ ਆਲਸੋ। ਸੋ ਰਾਈਟ ਨਾਓ ਕੈਨੇਡਾ ਦੇ ਕਾਲਜਿਸ ਸਕਾਲਰਸ਼ਿਪ ਨਹੀਂ ਦੇ ਰਹੇ ਆ ਬਟ ਯੈਸ we have some good relationship with the colleges। I can request colleges कि देखो एक बच्चा हैगा 92% नंबर है, 7 बैंड है but he wants some financial support। yes we can personally request that
to some colleges where we are very very closely working with them. And secondly, there are some universities which are giving scholarship. ਜੇ ਤੁਹਾਡੇ 90% ਨੰਬਰ ਹੈ ਤਾਂ $5000 ਦੀ ਸਕੋਲਰਸ਼ਿਪ ਅਲਗੋਮਾ ਯੂਨੀਵਰਸਿਟੀ ਸਾਲਾਨਾ ਦੇ ਰਹੀ ਹੈ। ਸੋ $5000 ਬਹੁਤ ਵੱਡਾ ਅਮਾਊਂਟ ਹੋ ਜਾਂਦਾ। 3 ਲੱਖ ਰੁਪਏ ਦੀ ਸਕੋਲਰਸ਼ਿਪ ਸਾਨੂੰ ਮਿਲ ਰਹੀ ਹੈ। ਯੂਨੀਵਰਸਿਟੀ ਕੈਨੇਡਾ ਵੈਸਟ ਅਸੈਸਮੈਂਟ ਬੇਸ ਸਕੋਲਰਸ਼ਿਪ ਦੇ ਰਹੀ ਹੈ। ਉਹਦੇ ਵਿੱਚ ਮਿਨੀਮਮ ਸਕੋਲਰਸ਼ਿਪ ਵੀ $4500 ਦੀ ਹੈ, ਵਿਚ ਇਜ਼ ਅਗੇਨ 2-2.5 ਲੱਖ ਰੁਪਈਆ ਹੋ ਜਾਂਦਾ ਹੈ। ਸੋ ਸਕੋਲਰਸ਼ਿਪ ਨਾਰਥ ਆਈਲੈਂਡ ਕਾਲਜ ਸਕੋਲਰਸ਼ਿਪ ਦੇ ਰਿਹਾ $1500 ਹੀ ਚਾਹੀ, ਬਟ 90000 ਰੁਪਈਆ ਵੱਡਾ ਅਮਾਊਂਟ ਹੈ। ਸੋ ਸਕੋਲਰਸ਼ਿਪ ਦੇ ਰਹੀ ਜੇ ਤੁਹਾਡੇ 7.5 ਬੈਂਡ ਹੈ। ਵੀ ਕੈਨ ਰਿਕੁਐਸਟ ਫਿਊ ਕਾਲਜਿਸ, ਜਿਵੇਂ ਨਾਇਗਰਾ ਕਾਲਜ ਨੂੰ ਅਸੀਂ ਰਿਕੁਐਸਟ ਕਰ ਸਕਦੇ ਹਾਂ ਕਿ ਇਹ ਬੱਚੇ ਹੁਸ਼ਿਆਰ ਹੈਗੇ ਆ, ਬਟ ਯੈਸ ਸਕੋਲਰਸ਼ਿਪਸ ਲਈ ਸਾਨੂੰ ਰਿਕੁਐਸਟ ਕਰਨ ਲਈ ਵੀ ਬੱਚੇ ਦੇ ਨੰਬਰ ਔਰ ਬੱਚੇ ਦੇ ਆਈਲੈਟਸ ਬੈਂਡ ਸਕੋਰ ਚਾਹੀਦੇ ਹੋਣਗੇ। ਜੇ ਵਧੀਆ ਤਾਂ ਡੈਫੀਨੇਟਲੀ ਵੀ ਵਿਲ ਸਪੋਰਟ them। ਬਿਲਕੁਲ ਬਿਲਕੁਲ। ਸੋ ਦੇਖੋ ਹਰ ਤਰ੍ਹਾਂ ਦੀ ਪ੍ਰੋਫਾਈਲ ਦੀ ਆਪਾਂ ਗੱਲ ਕਰਦੇ ਹਾਂ, ਆਪਸ਼ਨਸ ਢੇਰ ਸਾਰੀ ਹੁੰਦੀ ਹੈ, ਪਰ ਇੱਕ ਚੰਗਾ ਕੰਸਲਟੈਂਟ ਹੋਣਾ ਚਾਹੀਦਾ ਜੋ ਤੁਹਾਨੂੰ ਸਹੀ ਸਲਾਹ ਦੇ ਸਕੇ। ਸੋ ਅਸੀਂ ਆਪਣੇ ਸ਼ੋਅ ਦੇ ਜ਼ਰੀਏ ਵੀ ਇਸੇ ਕਰਕੇ ਅੱਛੇ ਕੰਸਲਟੈਂਟਸ ਨੂੰ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ, ਤਾਂ ਕਿ ਵਧੀਆ ਸਲਾਹ ਪਹੁੰਚ ਸਕੇ ਤੇ ਤੁਸੀਂ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਲਈ ਇੱਕ ਸਹੀ ਰਸਤੇ ਤੇ ਤੁਰਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ। ਸੋ ਮੈਂ ਅੱਗੋਂ ਸਰ ਆਪਾਂ ਗੱਲ ਕਰੀਏ ਔਰ ਕਿਹੜੀ ਕੰਟਰੀ ਬਾਰੇ ਤੁਸੀਂ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੋਗੇ, ਕਿਉਂਕਿ ਸਟੂਡੈਂਟਸ ਬਹੁਤ ਉਲਝੇ ਹੁੰਦੇ ਨੇ ਜਦ ਉਹਨਾਂ ਨੇ ਡਿਸੀਜਨ ਲੈਣਾ ਹੁੰਦਾ ਕਿ ਅਸੀਂ ਕਿੱਥੇ ਅਪਲਾਈ ਕਰ ਲਈਏ। ਕਈ ਕਹਿੰਦੇ ਨੇ ਜੀ ਸਾਨੂੰ ਕੋਈ ਸਸਤੀ ਜਗ੍ਹਾ ਦੱਸੋ ਜਿੱਥੇ ਜ਼ਿਆਦਾ ਸਾਡਾ ਖਰਚਾ ਨਾ ਹੋਵੇ। ਸੋ ਉਹਨਾਂ ਸਟੂਡੈਂਟਸ ਲਈ ਕਿਸ ਤਰ੍ਹਾਂ ਦੀ ਆਪਸ਼ਨਸ ਤੁਸੀਂ ਸੁਜੈਸਟ ਕਰਦੇ ਹੋ ਕਿ ਜਿਹੜੇ ਪੇਰੈਂਟਸ ਵੀ ਚਾਹੁੰਦੇ ਨੇ ਕਿ ਅਸੀਂ ਬੱਚੇ ਨੂੰ ਤਾਂ ਆਪਣੇ ਬਾਹਰ ਭੇਜਣਾ ਹੈ ਪੜ੍ਹਾਈ ਦੇ ਲਈ, ਪਰ ਕੋਈ ਸਾਨੂੰ ਖਰਚਾ ਅਸੀਂ ਜ਼ਿਆਦਾ ਨਹੀਂ ਕਰ ਸਕਦੇ ਹਾਂ, ਕੋਈ ਸਸਤੀ ਆਪਸ਼ਨ ਹੋਵੇ, ਕੀ ਅਜਿਹਾ ਕੁਝ ਪੋਸੀਬਲ ਹੈ? ਬਿਲਕੁਲ। ਸੋ ਨਿਊ ਬਰੂਨਸਵਿਕ ਕਮਿਊਨਿਟੀ ਕਾਲਜ ਹੈਗਾ। ਦੇਖੋ ਜੇ ਸਸਤਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਅਫੋਰਡੇਬਲ ਨਹੀਂ ਹੈਗਾ ਇੰਨਾ, ਬਟ ਜੇ ਅਸੀਂ ਨਿਊ ਬਰੂਨਸਵਿਕ ਕਮਿਊਨਿਟੀ ਕਾਲਜ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਤਾਂ $10000 ਫੀਸ ਹੈ ਉਹਦੀ, ਸਿਰਫ $10000 ਸਾਲਾਨਾ। ਸੋ ਵਿਚ ਇਜ਼ ਲਾਈਕ 6.5 ਲੱਖ ਰੁਪਏ ਸਾਲ ਦੀ 6.5 ਲੱਖ ਫੀਸ ਹੈਗੀ ਹੈ। ਸੋ ਤੁਸੀਂ ਇੱਥੇ ਐਡਮਿਸ਼ਨ ਲੈ ਸਕਦੇ ਹੋ। ਕਿਆਨੋ ਕਾਲਜ ਅਲਬਰਟਾ ਔਰ $13000 ਸਾਲ ਦੀ ਫੀਸ ਹੈ, ਵਿਚ ਇਜ਼ ਅਗੇਨ 8 ਲੱਖ ਰੁਪਈਆ ਸਾਲ ਦੀ ਫੀਸ। ਸੋ ਕੈਨੋ ਕਾਲਜ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਓਨਟਾਰੀਓ ਵਿੱਚ ਨਾਰਦਰਨ ਕਾਲਜ ਟਿਮਿੰਸ ਦੀ ਫੀਸ $15000 ਹੈ। ਸੋ ਚੀਪ ਹੈ, ਜਿਹਨੂੰ ਕਹੀਏ ਅਫੋਰਡੇਬਲ, ਮੋਸਟ ਅਫੋਰਡੇਬਲ ਕਾਲਜ ਇਨ ਓਨਟਾਰੀਓ। ਨਾਰਦਰਨ ਕਾਲਜ, ਸੇਂਟ ਕਲੇਅਰ ਕਾਲਜ ਕਾਫੀ ਅਫੋਰਡੇਬਲ ਹੈਗੇ ਹੈ। ਸੋ ਇਹਨਾਂ ਦੀ ਫੀਸ $15000 ਦੇ ਕਰੀਬ ਹੈਗੀ ਹੈ। ਇਸ ਤੋਂ ਇਲਾਵਾ ਨਾਰਥ ਆਈਲੈਂਡ ਕਾਲਜ ਇਨ ਬ੍ਰਿਟਿਸ਼ ਕੋਲੰਬੀਆ ਕਾਫੀ ਅਫੋਰਡੇਬਲ ਹੈ। ਨਾਰਦਰਨ ਲਾਈਟਸ ਕਾਲਜ, ਕਾਲਜ ਆਫ ਦ ਰੌਕੀਜ਼, ਸੈਲਕ੍ਰਿਕ ਕਾਲਜ। ਸੋ ਇਹ ਕਾਲਜ ਵੀ ਕਾਫੀ ਸਾਰੇ ਅਫੋਰਡੇਬਲ ਕਾਲਜਿਸ ਹੈਗੇ ਆ ਜਿਨ੍ਹਾਂ ਦੀ ਫੀਸ ਘੱਟ ਹੈਗੀ ਹੈ। ਸੋ ਆਪਸ਼ਨਸ ਆਪਾਂ ਜ਼ਰੂਰ ਦੇਖ ਸਕਦੇ ਹਾਂ, ਬਟ ਇਹ ਜਿੰਨੀਆਂ ਵੀ ਅਫੋਰਡੇਬਲ ਆਪਸ਼ਨਸ ਹਰਜੋਤ ਹੁੰਦੀਆਂ ਨਾ, ਇਹ ਬੜੀ ਜਲਦੀ ਖਤਮ ਹੁੰਦੀਆਂ। ਸੋ ਬਹੁਤ ਜਲਦੀ ਫਿਨਿਸ਼ ਹੋ ਜਾਂਦੀਆਂ। ਸੋ ਬੱਚੇ ਜੇ ਤੁਸੀਂ ਤਿਆਰ ਹੋ, ਸਾਰਾ ਕੁਝ ਰੈਡੀ ਹੈ, ਤਾਂ ਸੋਚੋ ਨਾ, ਇਮੀਡੀਏਟਲੀ ਅਪਲਾਈ ਕਰੋ। ਸਾਡੇ ਸੈਮੀਨਾਰ ਆਉਣ ਵਾਲੇ ਆ, ਉਹਨਾਂ ਦਾ ਹਿੱਸਾ ਬਣੋ। 21 ਅਪ੍ਰੈਲ ਤੋਂ ਸਾਡੇ ਸੈਮੀਨਾਰ ਹੈ। ਵੱਖ-ਵੱਖ ਕਾਲਜ ਦੇ ਨੁਮਾਇੰਦੇ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ। ਅਲਗੋਂਕਵਿਨ ਕਾਲਜ, ਕੋਨਸਟੋਗਾ ਕਾਲਜ, ਸੂ ਕਾਲਜ ਔਰ ਫਲੇਮਿੰਗ ਕਾਲਜ ਔਰ ਲੋਇਲਿਸ਼ ਕਾਲਜ। ਸੋ ਬਹੁਤ ਸਾਰੇ ਕਾਲਜ ਦੇ ਨੁਮਾਇੰਦੇ ਪਾਰਟਿਸਿਪੇਟ ਕਰਨਗੇ। ਯੂਨੀਵਰਸਿਟੀ ਕੈਨੇਡਾ ਵੈਸਟ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਅਲਗੋਮਾ ਯੂਨੀਵਰਸਿਟੀ। ਸੋ ਬਹੁਤ ਸਾਰੇ ਕਾਲਜ ਦੇ ਨੁਮਾਇੰਦੇ ਪਾਰਟਿਸਿਪੇਟ ਕਰਨਗੇ। ਉਹਨਾਂ ਨੂੰ ਮਿਲੋ, ਆਪਣੇ ਡਾਊਟਸ ਕਲੀਅਰ ਕਰੋ। ਅਫੋਰਡੇਬਲ ਕਾਲਜਿਸ ਚਾਹੀਦੇ ਤਾਂ ਅਫੋਰਡੇਬਲ ਕਾਲਜਿਸ ਬਾਰੇ ਗਾਈਡ ਕੀਤਾ ਜਾਏਗਾ। ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਨੂੰ ਵੀ ਮਿਲ ਸਕਦੇ ਹੋ। ਕੋਈ ਹੋਰ ਡਾਊਟ ਆਪਣੇ ਮਨ 'ਚ ਉਹ ਵੀ ਕਲੀਅਰ ਕਰ ਸਕਦੇ ਹੋ। ਜੀ 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 ਬਿਲਕੁਲ। ਸੋ ਤੁਸੀਂ ਜ਼ਰੂਰ ਇਸ ਨੰਬਰ ਤੇ ਵੀ ਸੈਮੀਨਾਰ ਬਾਰੇ ਅਗਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ, ਤਾਂ ਕਿ ਇੱਥੇ ਤੁਸੀਂ ਆਪਣੇ ਡਾਕੂਮੈਂਟਸ ਨਾਲ ਲੈ ਕੇ ਆਓ, ਪੇਰੈਂਟਸ ਨੂੰ ਨਾਲ ਲੈ ਕੇ ਆਓ, ਤੇ ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲ ਸਕੇ, ਸਹੀ ਆਪਸ਼ਨਸ ਤੁਹਾਨੂੰ ਪਤਾ ਚੱਲ ਸਕਣ। ਸੋ ਅਸੀਂ ਨਾਲ ਦੇ ਨਾਲ ਜੋ ਹੈ ਸਕਰੀਨ ਤੇ ਵੀ ਮੈਂਸ਼ਨ ਕਰ ਰਹੇ ਹਾਂ ਔਰ ਡੇਟਸ ਔਰ ਵੈਨਿਊਜ਼, ਤਾਂ ਕਿ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਨਾ ਹੋਵੇ ਪਹੁੰਚਣ ਦੇ ਵਿੱਚ। ਮੈਂ ਜ਼ਰੂਰ ਜਿੱਥੇ ਆਪਾਂ ਅੱਜ ਪੂਰੇ ਫੰਡਸ ਨੂੰ ਲੈ ਕੇ ਗੱਲ ਕਰ ਰਹੇ ਹਾਂ, ਖਰਚਿਆਂ ਨੂੰ ਲੈ ਕੇ ਗੱਲ ਕਰ ਰਹੇ ਹਾਂ ਕਿ ਕਿਵੇਂ ਸਟੂਡੈਂਟਸ ਜਾਂ ਪੇਰੈਂਟਸ ਜੋ ਹੈ ਫਾਈਨੈਂਸ਼ੀਅਲੀ ਵੀ ਤਿਆਰ ਹੋਣ ਅਗਰ ਉਹਨਾਂ ਨੇ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ। ਤਾਂ ਮੈਂ ਡਾਕੂਮੈਂਟਸ ਦੀ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ। ਕਿਸ ਤਰ੍ਹਾਂ ਦੇ ਡਾਕੂਮੈਂਟਸ ਨੂੰ ਜੈਨੂਇਨ ਮੰਨਿਆ ਜਾ ਸਕਦਾ ਹੈ ਅਪਲਾਈ ਕਰਨ ਦੇ ਲਈ, ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਸਟੂਡੈਂਟਸ ਜਾਂ ਪੇਰੈਂਟਸ ਦੀ ਗੱਲ ਕਰੀਏ, ਉਹ ਕੁਝ ਇਸ ਤਰ੍ਹਾਂ ਦੇ ਡਾਕੂਮੈਂਟਸ ਲੈ ਆਉਂਦੇ ਨੇ ਜੋ ਲਗਾਏ ਹੀ ਨਹੀਂ ਜਾ ਸਕਦੇ ਨੇ। ਸੋ ਮੈਂ ਜ਼ਰੂਰ ਚਾਹੂੰਗੀ ਕਿ ਜਿਹੜੇ ਫਾਈਲ ਦੇ ਵਿੱਚ ਲੱਗ ਸਕਦੇ ਨੇ, ਕਿਹੜੇ ਡਾਕੂਮੈਂਟਸ ਹੀ ਲਗਾਏ ਜਾ ਸਕਦੇ ਆ। ਸੋ ਸਟੂਡੈਂਟਸ ਪਹਿਲੀ ਗੱਲ ਤਾਂ 10th 12th ਐਕੈਡੈਮਿਕਸ ਔਰ ਆਈਲੈਟਸ ਤਾਂ ਜ਼ਰੂਰੀ ਹੈਗੇ ਹੀ ਹੈ, ਬਟ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਕੋਈ ਸਾਨੂੰ ਕਹਿੰਦਾ ਕਿ ਐਕਸਪੀਰੀਅੰਸ ਸਰਟੀਫਿਕੇਟ ਬਣਾ ਲਓ। ਸੋ ਸਟੂਡੈਂਟ ਮੇਰੀ ਉਹਦੇ ਪਿੱਛੇ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਕੋਈ ਵੀ ਫੇਕ ਡਾਕੂਮੈਂਟ ਆਪਾਂ ਆਪਣੀ ਫਾਈਲ 'ਚ ਨਾ ਲਗਾਈਏ, ਕੋਈ ਵੀ ਇੱਦਾਂ ਦਾ ਐਕਸਪੀਰੀਅੰਸ ਨਾ ਬਣਾਈਏ ਕਿ ਜਿਹਦੇ ਕਰਕੇ ਤੁਹਾਨੂੰ ਰਿਫਿਊਜ਼ਲ ਆ ਸਕਦੀ ਹੈ। ਸੋ ਬੀ ਓਨੈਸਟ ਵਿਦ ਦ ਐਮਬੈਸੀ
एंड ओनली यूज़ जेन्युइन डॉक्यूमेंट्स टू अप्लाई इन एनी एम्बेसी, चाहे वो कैनेडा, चाहे आस्ट्रेलिया है, चाहे वो न्यूजीलैंड है, चाहे कोई भी एम्बेसी हैगी, ਉਹਦੇ 'ਚ ਆਪਾਂ ਬਿਲਕੁਲ ਜੈਨੂਇਨ ਡਾਕੂਮੈਂਟਸ ਦੇ ਨਾਲ ਹੀ ਅਪਲਾਈ ਕਰੀਏ, ਕੋਈ ਵੀ ਫੇਕ ਡਾਕੂਮੈਂਟ ਅਸੀਂ ਨਾ ਲਾਈਏ ਆਪਣੀ ਫਾਈਲ 'ਚ, ਔਰ ਬਿਲਕੁਲ ਜੈਨੂਇਨ ਤਰੀਕੇ ਆਪਣਾ ਵੀਜ਼ਾ ਅਪਲਾਈ ਕਰੀਏ। ਚਲੋ ਠੀਕ ਹੈ, ਤੇ ਜ਼ਰੂਰ ਇੱਕ ਵਾਰੀ ਜਾਂਦੇ ਜਾਂਦੇ ਇਹ ਦੱਸ ਦਿਓ ਸਟੂਡੈਂਟਸ ਨੂੰ, ਜੇਕਰ ਹਲੇ ਉਹ ਕੈਨੇਡਾ ਲਈ ਅਪਲਾਈ ਕਰਨ ਦਾ ਮਨ ਬਣਾ ਰਹੇ ਨੇ ਤਾਂ ਕਿਹੜੇ ਇਨਟੇਕ ਲਈ ਹੁਣ ਸੀਟਸ ਓਪਨ ਨੇ, ਅਪਲਾਈ ਕਰ ਸਕਦੇ ਆ? ਸੋ ਜੁਲਾਈ ਇਨਟੇਕ ਲਈ ਅਪਲਾਈ ਕਰ ਸਕਦੇ ਆ, ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਆ, ਐਂਡ ਜਨਵਰੀ 24 ਇਨਟੇਕ ਲਈ ਅਪਲਾਈ ਕਰ ਸਕਦੇ ਆ। ਕਾਫੀ ਸਾਰੇ ਕਾਲਜਿਸ ਜਨਵਰੀ 24 ਲਈ ਵੀ ਓਪਨ ਹੋ ਚੁੱਕੇ ਆ, ਜਿਵੇਂ ਕਿ ਬਾਓ ਵੈਲੀ ਕਾਲਜ ਜਨਵਰੀ 24 ਲਈ ਓਪਨ ਹੈ, ਸਸਕੈਚੂਨ ਪੋਲੀਟੈਕਨਿਕ ਜਨਵਰੀ 24 ਲਈ ਓਪਨ ਹੈ। ਸੋ ਕਾਫੀ ਸਾਰੇ ਕਾਲਜਿਸ ਇੱਦਾਂ ਦੇ ਹੈਗੇ ਜਿਹੜੇ ਲੈਂਪਟਨ ਕਾਲਜ ਜਿਹੜਾ ਕਿ ਸਭ ਤੋਂ ਜ਼ਿਆਦਾ ਹਾਈ ਡਿਮਾਂਡ 'ਤੇ ਰਹਿੰਦਾ, ਉਹ ਜਨਵਰੀ 24 ਲਈ ਓਪਨ ਹੈ। ਸੋ ਕਾਫੀ ਸਾਰੇ ਇੱਦਾਂ ਦੇ ਕਾਲਜਿਸ ਹੈਗੇ ਆ ਜਿਹੜੇ ਕਿ ਹੁਣ ਜਨਵਰੀ 24 ਲਈ ਓਪਨ ਹੋ ਚੁੱਕੇ ਹਨ, ਹਾਈ ਡਿਮਾਂਡ ਕਰਕੇ ਉਹ ਸਪਟੈਂਬਰ ਕਲੋਜ਼ ਹੋ ਚੁੱਕੇ ਹੈ। ਸੋ ਤੁਸੀਂ ਜੇ ਜਨਵਰੀ 24 ਲਈ ਵੀ ਮਨਪਸੰਦ ਕਾਲਜ, ਜਿਵੇਂ ਲੈਂਪਟਨ ਬਹੁਤ ਮਨਪਸੰਦ ਕਾਲਜ ਹੈ, ਲੋਇਲਿਸਟ ਟੋਰਾਂਟੋ ਬਹੁਤ ਮਨਪਸੰਦ ਕਾਲਜ ਹੈਗਾ ਹੈ, ਔਰ ਬੋਏ ਵੈਲੀ ਕਾਲਜ ਕੈਲਗਰੀ ਬਹੁਤ ਜ਼ਿਆਦਾ ਮਨਪਸੰਦ ਕਾਲਜ ਹੈ। ਸੋ ਜੇ ਇਹਨਾਂ ਕਾਲਜਿਸ 'ਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਨਵਰੀ 24 ਲਈ ਅਪਲਾਈ ਕਰ ਸਕਦੇ ਹੋ ਜੀ। ਚਲੋ ਠੀਕ ਹੈ ਜੀ, ਤੇ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ ਫੰਡਸ ਨੂੰ ਲੈ ਕੇ, ਖਰਚਿਆਂ ਨੂੰ ਲੈ ਕੇ ਸਟੂਡੈਂਟਸ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵੀ ਇਸ ਪੂਰੀ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕਿਓ ਜੀ। ਸਹੀ ਢੰਗ ਨਾਲ ਜੈਨੂਇਨ ਵੇ ਦੇ ਨਾਲ ਅਪਲਾਈ ਕਰਿਆ ਕਰੋ ਤਾਂ ਕਿ ਬਿਨਾਂ ਕਿਸੇ ਰੁਕਾਵਟ ਦੇ ਤੁਸੀਂ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ, ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ। ਸੋ ਫਿਲਹਾਲ ਅੱਜ ਦੇ ਲਈ ਸਾਨੂੰ ਤੁਸੀਂ ਇਜਾਜ਼ਤ ਦਿਓ, ਅੱਗੋਂ ਵੀ ਹੋਰ ਇਨਫੋਰਮੇਟਿਵ ਸ਼ੋਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਇਸ ਦੇ ਨਾਲ ਹੀ ਸਾਨੂੰ ਦੋਵਾਂ ਨੂੰ ਦਿਓ ਜੀ ਇਜਾਜ਼ਤ। सत श्री अकाल। हेलो फ्रेंड्स, दिस इज ऋचा भाटिया फ्रॉम लैंडमार्क इमिग्रेशन। आज हमारे साथ हैं जी कंवरजोत सिंह। बहुत ज़्यादा मुबारक है कंवरजोत। थैंक यू। कैसा लग रहा है कि आपका वीज़ा लग के आ गया? बहुत अच्छा लग रहा है। फर्स्ट टाइम आए थे, हाँ। ब्रदर ने रेफरेंस दी थी। अच्छा। फर्स्ट टाइम आने के बाद फर्स्ट टाइम ही वीज़ा लग गया। मतलब कोई आपको प्रॉब्लम नहीं कोई आई? दिक्कत नहीं आई, बहुत कुछ नहीं। स्मूथ रहा। कितने दिन में स्टैंपिंग होके आई है? स्टैंपिंग इन अबाउट 15 डेज। 15 दिन में। तो आप कहाँ के रहने वाले हैं? SAS नगर मोहाली। अच्छा, मोहाली के ही रहने वाले। तो आपकी सर्विसेज भी यहीं पे हुई होंगी मोहाली हेड ऑफिस में। तो कौन थे आपके काउंसलर? मेरे काउंसलर थे मीना मैम। अच्छा, उन्होंने आपको सर्विसेज दी। तो आप कौन सा कोर्स पढ़ने जा रहे हो? अपने स्टूडेंट्स को बताओ थोड़ा सा कि आपकी क्वालिफिकेशन क्या है। +2 किया आपने? +2 डिप्लोमा किया मैम इवेंट मैनेजमेंट में। ओके। और मैं अलगोमा यूनिवर्सिटी जा रहा हूँ बैचलर ऑफ आर्ट्स करने। वेरी गुड। तो आपके आईएलटीएस में कितने हैं? ओवरऑल 7 बैंड्स हैं मैम। ओके। तो आपका शुरू से था कि आपने बाहर पढ़ने जाना है? जी। तो आपने यहाँ पे कोई जॉब वगैरह कुछ नहीं की? जॉब वगैरह कभी सोचा ही नहीं मैम। अच्छा, तो ऐसा क्यों था कि आपने कनाडा ही जाना है कोई और कंट्री छोड़ के? मोस्ट ऑफ द कजन्स में वही। अच्छा, तो इसलिए आपने सोचा कि वो गए हैं तो मैं भी चले जाऊँ। बट आपने देखा तो होगा कि वहाँ का कल्चर वगैरह अच्छा है, सब कुछ अच्छा है? देखा तो नहीं, अब सुना तो होगा लाइक आपने सुना ही है, अब जाके कनाडा इज अ देखेंगे। गुड कंट्री, वो एक्सेप्ट करते हैं इंडियंस को, इट्स अ कंट्री ऑफ इमिग्रेंट्स। तो आपके लिए बहुत कंफर्टेबल होगा। जी बहुत कंफर्टेबल होगा बहुत बिकॉज मोस्ट ऑफ द रिलेटिव तो आपके रिलेटिव्स और फ्रेंड्स और रेफरेंसेस हैं जिन्होंने आपको बोला कि कनाडा इज अ गुड कंट्री। जी। एक्चुअली इट्स अ गुड कंट्री बिकॉज दे एक्सेप्ट इंडियंस इन लॉट ऑफ इट्स वेरी कंफर्टेबल फॉर जेन्युइन स्टूडेंट्स टू गो देयर। तो आपकी सर्विसेज कैसी रही लैंडमार्क के साथ, और आपको स्टूडेंट्स को लैंडमार्क क्यों चूज करना चाहिए, थोड़ा सा बताइए। सर्विसेज बहुत अच्छी रही, स्टाफ बहुत ही अच्छा था, मतलब कोई दिक्कत नहीं आई। अच्छा। सभी साथ देते थे, अगर अच्छा। कोई भी प्रॉब्लम होती थी को कॉल करो, हाँ जी, हाँ जी। तभी पिक करते तो आपको इंस्टेंट रिस्पांस मिलता था। तो ओवरऑल आपका बहुत अच्छा रहा। बहुत अच्छा तो आप लैंडमार्क के और फेलो स्टूडेंट्स जो हैं, जो दर्शक देख रहे हैं, आप उनको छोटा सा मैसेज दीजिए कि उनको लैंडमार्क के पास क्यों आना चाहिए। मैं तो सभी को कहता हूँ भी और किसी एजेंट के पास फंसने के बजाय लैंडमार्क आओ। चलो जी, थैंक यू सो मच। नहीं, सारे एजेंट्स अच्छे हैं, बट ये कि थोड़ा काउंसलिंग के लिए जरूर आओ एक बार। काउंसलिंग के लिए मैम सेटिस्फाइड है यहाँ पे, सेटिस्फेक्शन है पूरी, आपको हो गई ना। चलो, मतलब कोई दिक्कत नहीं है, इधर उधर जाने की जरूरत नहीं है, तो यहाँ पे आके बस ठीक है। थैंक यू सो मच, बहुत ज़्यादा मुबारक है। अब वहाँ पे जाके पढ़ो, अपने पेरेंट्स का नाम रोशन करो। यू गोइंग इन वन ऑफ द वेरी गुड यूनिवर्सिटी, सो यू कैन बिकम समथिंग वेरी सक्सेसफुल। वी विश यू ऑल द बेस्ट। थैंक यू सो मच। ਮੇਰਾ ਨਾਮ ਜੋਗਨਪ੍ਰੀਤ ਸਿੰਘ ਹੈ। ਮੈਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ ਹਾਂ। ਮੈਂ ਉਰੋਂ ਆਪਣੀ ਸਪਾਊਸ ਵੀਜ਼ਾ ਦੀ ਫਾਈਲ ਲੈਂਡਮਾਰਕ ਤੋਂ ਲਵਾਈ ਸੀ ਅਤੇ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਮੈਨੂੰ ਇਹਨਾਂ ਨੇ 20 ਦਿਨ ਦੇ ਵਿੱਚ ਵੀਜ਼ਾ ਕਢਾ ਕੇ ਦਿੱਤਾ ਅਤੇ ਮੇਰੀ 1 ਟਾਈਮ ਰਿਫਿਊਜ਼ਲ ਸੀ, ਅਤੇ ਊਸ਼ਾ ਮੈਮ ਅਤੇ ਰਵਿੰਦਰ ਮੈਮ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਮੈਂ ਰੈਕਮੈਂਡ ਕਰਦਾ ਵੀ ਤੁਸੀਂ ਸਾਰੇ ਉਰੋਂ ਫਾਈਲ ਲਵਾਓ। ਥੈਂਕ ਯੂ। Hello, my name is Parvjot Kaur. I get a 6.5 band in my IELTS exam, and now I have experience of landmark as I get a second time a visa of landmark.
because first time it was a refusal, but second time I get the visa. So it was a very wonderful experience with the Landmark, as everything they did, and I think it is a best decision which I made to choose a Landmark Immigration. Thank you.